ਸਾਖੀ 47ਵੀਂ ਧਿੰਗ। ਕਿਤੋਂ ਕੋਈ ਵੈਰਾਗ ਦੀ ਸੱਟ ਖਾ ਕੇ ਗੁਰੂ ਅੰਗਦ ਦੇਵ ਜੀ ਦੇ ਦੁਆਰੇ ਆਇਆ ਇੱਕ ਨਾਈ। ਨਾਮ ਸੀ ਇਸ ਦਾ ਧਿੰਗ। ਇਸ ਨੇ ਆ ਕੇ ਚਾਹ ਲਈ ਸਾਧ ਸੰਗਤ ਦੀ ਸੇਵਾ ਪਾਣੀ ਦੀ ਤੇ ਹੋਰ ਤਪਤ ਨੀਰ ਕਰਵਾਏ ਇਸ਼ਨਾਨ, ਵਸਤਰ ਪਖਾਰੈ ਮਲ ਕਰਹਾਨ, ਚਰਨ ਚਾਂਪ ਹਾਂਕਤ ਹੈ ਵਾਯੂ, ਬਾਸਨ ਧੋਵਹਿ ਮਾਂਜ ਬਨਾਯੂ, ਕਬ ਕਬ ਗੁਰ ਕੀ ਸੇਵਾ ਪਾਏ, ਮਹਾ ਪ੍ਰੇਮ ਤੇ ਕਰਹਿ ਬਨਾਏ। ਸੂਰਜ ਪ੍ਰਕਾਸ਼। ਇਸ ਤਰ੍ਹਾਂ ਸੇਵਾ ਕਰੇ, ਫਿਰ ਕੀਰਤਨ ਸੁਣੇ ਦੀਵਾਨ ਵਿੱਚ ਬੈਠ ਕੇ। ਇੱਕ ਦਿਨ ਸ੍ਰੀ ਗੁਰੂ ਜੀ ਦੇ ਨਾਲ ਚਲਾ ਗਿਆ ਤਪਿਆਣੇ। ਇਕਾਂਤ ਪਾ ਕੇ ਬੇਨਤੀ ਕੀਤੀ, ਉਸ ਦਾਤਾ ਜੀਓ ਜੀ, ਤਨ ਦੇ ਦੁੱਖ ਆਪਣੇ ਵੱਸ ਦੇ ਨਹੀਂ, ਬੇਵੱਸੇ ਚੰਬੜੇ ਹਨ, ਪਰ ਮਨ ਦੇ ਕਲੇਸ਼ ਮਨ ਹੀ ਰਚਦਾ ਤੇ ਕੱਢਦਾ ਹੈ, ਪਰ ਇਹ ਨਿਰਵਿਰਤ ਨਹੀਂ ਹੁੰਦੇ। ਮਿਹਰ ਕਰੋ ਤਾਂ ਇਹ ਦੂਰ ਹੋਣ। ਇਹਨਾਂ ਤੋਂ ਤੰਗ ਆ ਕੇ ਸ਼ਰਨ ਆਇਆ ਹਾਂ। ਗੁਰੂ ਜੀ ਮੁਸਕਰਾਏ ਤੇ ਬੋਲੇ, ਧਿੰਗ, ਤੇਰੀ ਜਾਤ ਵਿੱਚ ਥੋੜਾ ਚਿਰ ਹੋਇਆ ਹੈ। ਇੱਕ ਵੱਡਾ ਭਗਤ ਹੋਇਆ ਹੈ ਸੈਣ। ਉਸ ਦੇ ਕਲੇਸ਼ ਕਰਮ ਨਿਵਰਤ ਹੋਏ ਸਨ। ਧਿੰਗ ਦਾਤਾ ਜੀਓ, ਰਾਹੇ ਪਾ ਦਿਓ, ਮੇਠ ਹੀ ਕਿਉਂ ਨਾ ਦਿਓ ਆਪਣੇ ਬਲ ਨਾਲ। ਗੁਰੂ ਜੀ। ਉਸ ਨੇ ਸਤਸੰਗ ਕੀਤਾ ਤੇ ਭਗਤੀ ਕਮਾਈ ਸੀ, ਤੂੰ ਵੀ ਭਗਤੀ ਕਰ। ਧਿੰਗ, ਜਾਂਚ ਦੱਸੋ ਤੇ ਆਪ ਕਰਵਾਓ, ਜੀਵ ਦੀ ਸ਼ਕਤੀ ਤਾਂ ਪੁੱਗਦੀ ਨਹੀਂ। ਗੁਰੂ ਜੀ, ਔਖੀ ਹੈ ਤੇ ਸੌਖੀ ਵੀ ਹੈ ਕਮਾਈ। ਜੇ ਜੀਵ ਗੁਰਮਤਿ ਧਾਰ ਲਵੇ, ਮਨਮਤ ਤਿਆਗ ਦੇਵੇ, ਆਪਣੀ ਮਤ ਗੁਰੂ ਵਿੱਚ ਲੀਨ ਕਰ ਦੇਵੇ, ਆਪਣੀ ਮਤ ਗੁਰੂ ਮਤ ਵਿੱਚ ਲੀਨ ਕਰ ਦੇਵੇ ਤਾਂ ਸੌਖੀ ਹੋ ਜਾਂਦੀ ਹੈ। ਸਰੀਰ ਵਿੱਚੋਂ ਆਤਮਾ ਛੁੱਟ ਜਾਏ ਤਾਂ ਸਰੀਰ ਗੌਰ ਵਿੱਚ ਸਮਾਉਂਦਾ ਹੈ। ਤਿਵੇਂ ਜੋ ਮਨਮਤ ਨੂੰ ਛੱਡੇ ਤਾਂ ਗੁਰਮਤ ਵਿੱਚ ਸਮਾਉਂਦਾ ਹੈ। ਸਰੀਰ ਵਿੱਚੋਂ ਆਤਮਾ ਛੁੱਟ ਜਾਏ ਤਾਂ ਸਰੀਰ ਗੌਰ ਵਿੱਚ ਸਮਾਉਂਦਾ ਹੈ। ਤਿਵੇਂ ਜੋ ਮਨਮਤ ਨੂੰ ਛੱਡੇ ਤਾਂ ਗੁਰਮਤ ਵਿੱਚ ਸਮਾਉਂਦਾ ਹੈ। ਮਨਮਤ ਵਿੱਚੋਂ ਕਲੇਸ਼ ਪ੍ਰਾਪਤ ਹੁੰਦੇ ਹਨ, ਪਰ ਗੁਰਮਤ ਕਲੇਸ਼ ਨਿਵਾਰਦੀ ਹੈ। ਗੁਰੂ ਦੀ ਮਤ ਹੈ ਉੱਚੀ ਨਦਰ, ਸਰਾਫੀ ਅਕਲ, ਮਨਮੁਖ ਰਾਗ ਦਵੈਕ ਵਿੱਚ ਨਹੀਂ ਰੱਖਦੀ। ਮਨਮਤ ਰਾਗ ਦਵੈਕ ਵਿੱਚ ਰੱਖਦੀ ਹੈ, ਵਿਤਕਰੇ ਸਿਖਾਲਦੀ ਹੈ, ਵੈਰ ਵਿਰੋਧ ਪਾਲਦੀ ਹੈ। ਇਸ ਦੇ ਉਲਟ ਗੁਰਮਤ ਸਿਖਾਲਦੀ ਹੈ, ਸਦਾ ਜੀਵਨ ਨੂੰ ਤੱਕੋ, ਲੰਮੀ ਨਜ਼ਰ ਕਰੋ, ਜਨਮ ਤਾਂ ਪਹਿਲੋਂ ਤੇ ਮੌਤ ਤੇ ਮਗਰੋਂ ਦੀ ਵੀ ਸੋਚ ਕਰਨੀ, ਜਨਮ ਤੋਂ ਪਹਿਲੋਂ ਤੇ ਮੌਤ ਤੇ ਮਗਰੋਂ ਦੀ ਵੀ ਸੋਚ ਕਰਨੀ। ਗੁਰਮਤ ਦੱਸਦੀ ਹੈ ਮਾੜੇ ਕਰਮ ਛੱਡਣੇ, ਮਾੜੀਆਂ ਸੋਚਾਂ ਥੰਮਣੀਆਂ, ਭਲਾ ਸੋਚਣਾ, ਭਲਾ ਕਰਨਾ, ਭਲਾਈ ਦੇ ਮਾਲਕ ਕਰਤਾ ਪੁਰਖ ਦੇ ਗੁਣ ਗਾਉਣੇ, ਉਸ ਦਾ ਨਾਮ ਸਿਮਰਨ ਕਰਨਾ, ਉਸ ਵਿੱਚ ਜੁੜਨਾ, ਉਸ ਦੇ ਚਾਨਣ ਵਿੱਚ ਤੁਰਨਾ। ਧਿੰਗ, ਟੋਰ ਲਓ ਆਪ ਆਪਣੇ ਚਾਨਣ ਵਿੱਚ, ਰਾਤ ਹਨੇਰਾ ਹੈ, ਨੈਣ ਖੁੱਲੇ ਨਹੀਂ। ਗੁਰੂ ਜੀ। ਸੇਵਾ ਕਰ ਰਿਹਾ ਹੈ, ਕਰ, ਕਾਮਨਾ ਨਾ ਕਰ। ਕੋਈ ਮਨਮਤ ਵਾਲੀ ਤੇ ਸੇਵਾ ਕਰ। ਸੇਵਾ ਕਰ ਰਿਹਾ ਹੈ, ਕਰ, ਕਾਮਨਾ ਨਾ ਧਾਰ। ਕੋਈ ਮਨਮਤ ਵਾਲੀ ਤੇ ਸੇਵਾ ਕਰ। ਬਾਣੀ ਸੁਣ ਰਿਹਾ ਹੈ, ਸੁਣ ਤੇ ਕੀਰਤਨ ਵਿੱਚ ਜੁੜਿਆ ਕਰ। ਪੜ੍ਹ ਤੇ ਵਿਚਾਰ ਤੇ ਅਮਲ ਕਰਿਆ ਕਰ। ਅੰਮ੍ਰਿਤ ਵੇਲਾ ਸੰਭਾਲ, ਨਾਮ ਜਪਿਆ ਕਰ। ਜੋ ਸਿਮਰਨ ਬਣ ਆਵੇ, ਸਿਮਰਨ ਲਿਵ ਬਣੇ ਜਾਵੇ। ਜੋ ਸਿਮਰਨ ਅੰਮ੍ਰਿਤ ਵੇਲਾ ਸੰਭਾਲ, ਨਾਮ ਜਪਿਆ ਕਰ। ਜੋ ਸਿਮਰਨ ਬਣ ਆਵੇ, ਸਿਮਰਨ ਬਣ ਜਾਵੇ ਲਿਵ, ਤੇ ਲਿਵ ਨਾਮੀ ਨਾਲ ਜੋੜ ਦੇਵੇ। ਵਿਹਲੇ ਵਕਤਾਂ ਨੂੰ ਸਫਲਾਇਆ ਕਰ। ਵਿਹਲੀਆਂ ਮਨੋ ਤਰੰਗਣੀਆਂ ਨੂੰ ਹੋੜ ਹੋੜ ਕੇ ਕਰਤਾ ਪੁਰਖ ਦੇ ਫੁਰਨੇ ਨੂੰ ਦ੍ਰਿੜ ਕਰਿਆ ਕਰ। ਇਉਂ ਪ੍ਰੋ ਹੋ ਜਾ ਨਾਮ ਵਿੱਚ। ਇਹ ਬਚਨ ਕਰਕੇ ਦਾਤੇ ਨੇ ਨਜ਼ਰ ਦੀ ਮਿਹਰ ਪਾਈ। ਧਿੰਗ ਨੂੰ ਨਾਮਦਾਨ ਦੀ ਬਖਸ਼ਿਸ਼ ਹੋਈ।
ਪੂਰੇ ਦਾ ਪੂਰਾ। ਇਹ ਬਚਨ ਕਰਕੇ ਦਾਤੇ ਨੇ ਮਿਹਰ ਦੀ ਨਜ਼ਰ ਪਾਈ। ਧਿੰਗ ਨੂੰ ਨਾਮਦਾਨ ਦੀ ਬਖਸ਼ਿਸ਼ ਹੋਈ। ਪੂਰੇ ਦਾ ਤਿੱਖਾ ਤੀਰ ਵੜ ਗਿਆ ਸੀਨੇ, ਪੁੜ ਗਿਆ ਕਾਲਜੇ, ਮੁੜ ਗਿਆ ਮਨ ਬਾਹਰੋਂ ਅੰਦਰ ਨੂੰ। ਨਾਮ ਰੰਗ ਤਕੜਾ ਹੋ ਕੇ ਮਨ ਨੂੰ ਰੰਗ ਗਿਆ। ਆਤਮ ਸੁਖ ਵਿੱਚ ਆਪ ਤਰਿਆ, ਤਾਰਿਓ ਸੁਪਰਵਾਰ ਨੂੰ, ਤੇ ਤਰੇ ਕਈ ਉਸ ਦੇ ਸੰਗੀ। ਭਾਈ ਗੁਰਦਾਸ ਦੇ ਲਿਖੇ ਉੱਚ ਸਿੱਖਾਂ ਦੇ ਨਾਮਾਂ ਵਿੱਚ ਆਪ ਦਾ ਨਾਮ ਵੀ ਅਮਰ ਲਿਖਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਨੰਬਰ 48। ਪਾਰੋ ਜੁਲਕਾ ਪਰਮਹੰਸ। ਮੱਲ ਕੁਸ਼ਤੀ ਕਰਕੇ ਚਲੇ ਗਏ। ਬੱਚੇ ਵੀ ਖੇਲਾਂ ਖੇਲ ਕੇ ਟੁਰ ਗਏ, ਪਰ ਸਾਹਿਬ ਆਪ ਅੱਜ ਮੱਲ ਅਖਾੜੇ ਹੀ ਬੈਠੇ ਰਹੇ। ਵੇਖ ਰਹੇ ਸਨ ਆਪਣੇ ਕਰਤਾਰ ਦੀ ਕੁਦਰਤ ਕਿ ਨੈਣ ਭਰ ਆਏ। 2-4 ਟੇਪੇ ਤਿਲਕੇ, ਬਾਕੀ ਦੇ ਸੋਹਣੇ ਛੱਪਰਾਂ ਨੇ ਛੇਤੀ ਢਹਿ ਕੇ ਵਿੱਚੇ ਹੀ ਸਮਾ ਲਏ। ਅਚਰਜ ਆਭਾ ਚਿਹਰੇ ਤੇ ਛਾ ਰਹੀ ਸੀ ਤੇ ਕੁਛ ਨਿਕਟਵਰਤੀ ਸਿੱਖ ਦਰਸ਼ਨ ਆਨੰਦ ਲੈ ਰਹੇ ਸਨ ਕਿ ਇੱਕ ਜਗਿਆਸੂ ਜੀ ਆ ਗਏ। ਟਿਕੇ ਬੈਠੇ ਵੇਖ ਕੇ ਦੂਰੋਂ ਹੀ ਨਮਸਕਾਰ ਕਰਕੇ ਬਿਨ ਆਹਟ ਕੀਤੇ ਆਪ ਜੀ ਬੈਠ ਗਏ। ਥੋੜੇ ਚਿਰ ਮਗਰੋਂ ਨੈਣ ਖੁੱਲ ਪਏ ਤੇ ਅੰਮ੍ਰਿਤ ਦ੍ਰਿਸ਼ਟ ਪਈ ਆਏ ਜਗਿਆਸੂ ਉੱਤੇ। ਖਿੱਚ ਖਾਧੀ ਉਸ ਉੱਠਿਆ, ਅੱਗੇ ਵਧਿਆ, ਮੁੜ ਮੱਥਾ ਟੇਕ ਕੇ ਨੇੜੇ ਵਾਰ ਬੈਠ ਗਿਆ। ਸਾਹਿਬ, ਆ ਭਾਈ ਪਾਰੋਂ ਆਇਆ ਹੈ, ਕੀ ਨਾਮ ਹੈ ਆਪਣਾ? ਪਾਰੋ, ਜੀ ਆਇਆ ਹਾਂ ਪਾਰੋਂ ਡੱਲੇ ਤੋਂ, ਤੇ ਨਾਮ ਹੈ ਪਾਰੋ, ਜਾਤ ਹੈ ਜੁਲਕਾ, ਖੱਤਰੀ ਹਾਂ। ਗੁਰੂ ਜੀ ਮੁਸਕਰਾਏ। ਕਿਵੇਂ ਆਏ ਹੋ ਪਾਰ ਦੇ ਹੋ ਉਰਾਰ ਨੂੰ? ਪਾਰੋ, ਲਈ ਫਿਰਦੀਆਂ ਹਨ ਵਾਸ਼ਨਾ ਧੰਦਾਲਾਂ ਦੇ ਮਗਰ। ਕਦੇ ਆ ਜਾਂਦੀ ਹੈ ਉਪਰਾਮਤਾ, ਅੱਜ ਤਾਂ ਉਹ ਲੈ ਆਈ ਹੈ ਚਰਨ ਸ਼ਰਨ। ਪੁੱਛਣੀ ਹੈ ਜੇ ਮਿਹਰ ਹੋਵੇ ਤਾਂ। ਗੁਰੂ ਜੀ ਮੁਸਕਰਾਏ। ਪੁੱਛ ਭਾਈ। ਪਾਰੋ, ਕੋਈ ਦੱਸਦੇ ਹਨ ਪਰਮਹੰਸ ਹੁੰਦਾ ਹੈ ਲਾਲਸਾ ਹੈ ਲੱਛਣ ਜਾਣਨੇ ਦੀ, ਫਿਰ ਸਿੱਖ ਹੈ ਦਰਸ਼ਨ ਦੀ। ਆਪਣੇ ਆਪ ਤੋਂ ਕੁਛ ਹੋ ਨਹੀਂ ਆਉਂਦਾ। ਗੁਰੂ ਜੀ ਮੁਸਕਰਾ ਕੇ ਸੰਗਰ ਤੋਂ ਰੋਜੇ ਪੰਡਤ ਨੂੰ ਸਦਵਾ ਦਿੰਦੇ ਹਾਂ, ਉਹ ਖੋਲ ਕੇ ਦੱਸ ਦੇਵੇਗਾ। ਹਾਂ, ਲੱਛਣ ਕੁਟੀਚਕ ਬਹੂਦਕ ਹੰਸ ਤੇ ਪਰਮਹੰਸ, ਚੌਹਾਂ ਅਵਧੂਤ ਸੰਨਿਆਸੀਆਂ ਦੇ। ਚਾਹੋਗੇ ਤਾਂ ਲਿਖਵਾ ਵੀ ਦੇਵੇਗਾ। ਪਾਰੋ, ਕੋਈ ਦੱਸਦੇ ਹਨ ਪਰਮਹੰਸ ਹੁੰਦਾ ਹੈ ਲਾਲਸਾ ਹੈ ਲੱਛਣ ਜਾਣਨੇ ਦੀ, ਫਿਰ ਸਿੱਖ ਹੈ ਦਰਸ਼ਨ ਦੀ। ਆਪਣੇ ਆਪ ਤੋਂ ਕੁਛ ਹੋ ਨਹੀਂ ਸਕਦਾ, ਆਪਣੇ ਆਪ ਤੋਂ ਕੁਛ ਹੋ ਨਹੀਂ ਆਉਂਦਾ। ਗੁਰੂ ਜੀ ਮੁਸਕਰਾ ਕੇ ਸੰਗਰ ਤੋਂ ਰੋਜੇ ਪੰਡਤ ਨੂੰ ਸਦਵਾ ਦਿੰਦੇ ਹਾਂ, ਉਹ ਖੋਲ ਕੇ ਦੱਸ ਦੇਵੇਗਾ। ਹਾਂ, ਲੱਛਣ ਕੁਟੀਚਕ ਬਹੂਦਕ ਹੰਸ ਤੇ ਪਰਮਹੰਸ, ਚੌਹਾਂ ਅਵਧੂਤ ਸੰਨਿਆਸੀਆਂ ਦੇ। ਚਾਹੋਗੇ ਤਾਂ ਲਿਖਵਾ ਵੀ ਦੇਵੇਗਾ। ਪਾਰੋ, ਜੀਓ ਜੀ ਮਿਹਰ ਹੈ, ਪਰ ਜੀਓ ਲਿਖੇ ਲੱਛਣ ਤਾਂ ਸੁਣੇ ਹਨ ਤੇ ਬਣੇ ਸੰਨਿਆਸੀ ਪਰਮਹੰਸ ਵੇਖੇ ਹਨ। ਸੱਚਮੁੱਚ ਦਾ ਨਾਂ ਸੁਣਿਆ, ਨਾਂ ਡਿੱਠਾ ਹੈ, ਸਿੱਖ ਹੈ ਉਸ ਦੀ ਝਾਕੀ ਦੀ। ਸਤਿਗੁਰ ਜੀ ਨੇ ਜਿਸ ਰੰਗ ਵਿੱਚੋਂ ਨੈਣ ਖੋਲੇ ਸਨ, ਉਸੇ ਰੰਗ ਵਿੱਚ ਫੇਰ ਰੰਗ ਲਏ ਤੇ ਆਪੇ ਵਿੱਚ ਗੁੰਮ ਹੋ ਗਏ। ਕੁਛ ਚਿਰ ਮਗਰੋਂ ਫੇਰ ਨੈਣ ਖੁੱਲੇ ਤੇ ਨਜ਼ਰ ਪਾਰੋ ਤੇ ਪਈ। ਉਸ ਦੇ ਨੈਣ ਮਿਟ ਗਏ, ਫੇਰ ਖੁੱਲੇ ਤੇ ਬੋਲਿਆ, ਹਾਂ ਦਾਤਾ, ਉਸ ਸੱਚਮੁੱਚ ਦੇ ਪਰਮਹੰਸ ਤੇ ਕਰਾਓ ਨਾ ਦਰਸ਼ਨ। ਗੁਰੂ ਜੀ ਫਿਰ ਉਸੇ ਤਰ੍ਹਾਂ ਜੁੜ ਗਏ। ਪਾਰੋ ਨੇ ਡਿੱਠਾ ਪਰ ਨਾ ਸਮਝਿਆ ਕਿ ਚੁੱਪ ਦੀ ਆਵਾਜ਼ ਵਿੱਚ ਕੀ ਉੱਤਰ ਮਿਲ ਰਿਹਾ ਹੈ। ਜਦ ਤੀਸਰੀ ਵਾਰ ਫੇਰ ਪੁੱਛਿਓਸ ਤਾਂ ਸਤਿਗੁਰ ਬੋਲੇ, ਪਾਰੋ,
ਹੰਸ ਇੱਕ ਪੰਛੀ ਹੁੰਦਾ ਹੈ ਬੱਤਖ ਵਰਗਾ। ਹੰਸ ਇੱਕ ਪੰਛੀ ਹੁੰਦਾ ਹੈ ਬੱਤਖ ਵਰਗਾ, ਪਰ ਉਸ ਤੋਂ ਵੱਡਾ ਤੇ ਸੋਹਣਾ, ਸਵੱਛ ਤੇ ਨਿਰਮਲ ਸਰਾਂ ਤੇ ਬੈਠਦਾ ਹੈ। ਬਹੁਤ ਉੱਜਲ ਹੋਣ ਕਰਕੇ ਉੱਜਲਤਾ ਦਾ ਦ੍ਰਿਸ਼ਟਾਂਤ ਬਣਦਾ ਹੈ। ਨਾ ਨਿਰਾ ਉੱਜਲਤਾ ਦਾ, ਸਗੋਂ ਪੁਰਾਤਨ ਮੰਨਦੇ ਸਨ ਕਿ ਸੋਮ ਨੂੰ ਪਾਣੀ ਵਿੱਚ ਮਿਲਾਓ ਤਾਂ ਹੰਸ ਚੁੰਝ ਪਾਵੇ, ਤਦ ਪਾਣੀ ਤੇ ਸੋਮ ਵੱਖ-ਵੱਖ ਹੋ ਜਾਣਗੇ। ਫਿਰ ਇਹ ਗੱਲ ਚੱਲੀ ਕਿ ਦੁੱਧ ਤੇ ਪਾਣੀ ਰਲਾਓ ਤਾਂ ਹੰਸ ਚੁੰਝ ਪਾ ਕੇ ਦੁੱਧ ਪਾਣੀ ਨਿਖੇੜ ਦਿੰਦਾ ਹੈ। ਫਿਰ ਇਹ ਵੀ ਗੱਲ ਚੱਲੀ ਕਿ ਹੰਸ ਮੋਤੀ ਦੀ ਚੋਗ ਚੁਗਦਾ ਹੈ। ਇਹਨਾਂ ਲੱਛਣਾਂ ਤੋਂ ਪਦ ਦੇ ਵਰਤਾਓ ਨੂੰ ਇੱਕ ਸੰਕੇਤ ਮਿਲ ਗਿਆ। ਹੁਣ ਦੋਏ ਗੱਲਾਂ ਗ੍ਰੰਥਾਂ ਪੋਥੀਆਂ ਵਿੱਚ ਵਰਤੀਂਦੀਆਂ ਹਨ, ਦ੍ਰਿਸ਼ਟਾਂਤ ਪ੍ਰਮਾਣ ਦੀ ਸ਼ਕਲ ਵਿੱਚ। ਅਵਧੂਤ ਸੰਨਿਆਸੀਆਂ ਨੇ ਇਹ ਪਦ ਤੇ ਨਾਲ ਪਰਮ ਲਾ ਕੇ ਆਪਣੇ ਉੱਪਰਲੇ ਪੱਖ ਦੇ ਸਾਧੂਆਂ ਲਈ ਵਰਤਿਆ, ਹੰਸ ਤੇ ਪਰਮਹੰਸ। ਉਂਝ ਹੰਸ ਪਦ ਆਤਮਾ, ਪਰਮਾਤਮਾ ਤੇ ਸੂਰਜ ਆਦਿ ਕਈ ਅਰਥਾਂ ਵਿੱਚ ਵੀ ਦੱਸਦੇ ਹਨ। ਪਾਰੋ ਜੀ, ਮੈਂ ਪਰਮਹੰਸ ਸਾਧੂ ਦੀ ਪੁੱਛ ਕਰਦਾ ਹਾਂ ਕਿ ਆਪ ਕਿਸ ਨੂੰ ਆਖਸੋ, ਤੇ ਆਪ ਜਿਸ ਨੂੰ ਪਰਮਹੰਸ ਆਖੋ ਉਸ ਦੇ ਦਰਸ਼ਨ ਮੰਗਦਾ ਹਾਂ, ਮਿਹਰ ਕਰੋ। ਗੁਰੂ ਜੀ, ਭਾਈ, ਅਸਲ ਗੱਲ ਜੋ ਗੁਰਮਤਿ ਦੀ ਹੈ ਇਹ ਹੈ ਕਿ ਜੀਵ ਰੂਪੀ ਪੰਛੀ ਦਾਣਿਆਂ ਰੂਪੀ ਪਦਾਰਥਾਂ ਦੇ ਚੋਗ ਦੇ ਮਗਰ ਭੱਜੇ ਫਿਰਦੇ ਹਨ, ਪਰ ਹੰਸ ਜਾਂ ਪਰਮਹੰਸ ਰੂਪੀ ਉੱਤਮ ਪੁਰਖ ਸ਼ਬਦ ਰੂਪੀ ਮੋਤੀ ਦੀ ਚੋਗ ਚੁਗਦਾ ਹੈ। ਸ਼ਬਦ ਰੂਪੀ ਰਤਨ ਗੁਰੂ ਰੂਪੀ ਸਾਗਰ ਵਿੱਚ ਹੁੰਦਾ ਹੈ। ਉਹ ਗੁਰੂ ਤੋਂ ਇਹ ਰਤਨ ਲੈ ਕੇ ਕਮਾਈ ਕਰਦਾ ਹੈ। ਇਸ ਕਮਾਈ ਨਾਲ ਉਸ ਵਿੱਚ ਸਾਰ ਅਸਾਰ ਨੂੰ ਨਿਖੇੜਨ ਦੀ ਵਿਤਰੇਕ ਬੁੱਧ ਹੋ ਆਉਂਦੀ ਹੈ। ਸਾਰ ਨੂੰ ਉਹ ਗ੍ਰਹਿਣ ਕਰਦਾ ਹੈ ਤੇ ਅਸਾਰ ਨੂੰ ਤਿਆਗਦਾ ਹੈ। ਗੁਰੂ ਬਾਬੇ ਨੇ ਆਖਿਆ ਸੀ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਗੁਰੂ ਸਾਗਰ ਹੈ, ਸ਼ਬਦ ਰੂਪੀ ਮੋਤੀ ਤੇ ਹੋਰ ਗੁਣ ਉਸ ਵਿੱਚ ਭਰੇ ਪਏ ਹਨ। ਹੰਸ ਰੂਪੀ ਸੰਤ ਲੋਕ ਉਸ ਵਿੱਚੋਂ ਅੰਮ੍ਰਿਤ ਗ੍ਰਹਿਣ ਕਰਦੇ ਹਨ ਤੇ ਦੂਰ ਨਹੀਂ ਜਾਂਦੇ। ਅਰਥਾਤ ਸ਼ਬਦ ਦੀ ਕਮਾਈ ਨਾਲ ਉਸ ਹੰਸ ਵਰਗੇ ਉੱਜਲ ਸੰਤ ਵਿੱਚ ਸਾਰ ਅਸਾਰ ਨਿਖੇੜਵੀਂ ਬੁੱਧ ਉਪਜਦੀ ਹੈ। ਸਾਰ ਅਮਰ ਹੈ, ਸੋ ਅਮਰ ਵਸਤੂ ਨੂੰ ਉਹ ਗ੍ਰਹਿਣ ਕਰਦਾ ਹੈ। ਨਿਖੇੜਵੀਂ ਬੁੱਧੀ ਕੀ ਹੈ? ਉਹ ਨੱਖ ਲੈਂਦਾ ਹੈ ਕਿ ਮੈਂ ਦੇਹ ਤੋਂ ਵੱਖਰਾ ਹਾਂ। ਜਿਵੇਂ ਬਦਾਮ ਦੇ ਖੋਲ ਵਿੱਚ ਬਦਾਮ ਦੀ ਗਿਰੀ ਵੱਖਰੀ ਹੁੰਦੀ ਹੈ, ਇਕੱਠੇ ਹੋਣ ਕਰਕੇ ਭਾਸਦੇ ਇੱਕੋ ਹਨ। ਹਾਂ ਭਾਈ, ਜੀਵ ਸੁਪਨਾ ਵੇਖਦਾ ਹੈ ਤੇ ਸਮਝਦਾ ਹੈ ਕਿ ਦੇਹ ਤਾਂ ਸੁਪਨੇ ਵੇਲੇ ਮਾਨੋ ਜੜ ਹੋਈ ਪਈ ਸੀ ਤੇ ਮੈਂ ਜਾਗਦੇ ਵਾਂਗੂ ਚੇਤਨ ਸਾਂ। ਸੋ ਉਹ ਸਮਝਦਾ ਹੈ ਕਿ ਦੇਹ ਜੜ ਹੈ, ਮੈਂ ਚੇਤਨ ਹਾਂ। ਫਿਰ ਦੇਖਦਾ ਹੈ ਕਿ ਏਡੀ ਭਾਰੀ ਅਰਥਾਤ ਸਥੂਲ ਦੇਹ ਨੂੰ ਸੂਖਮ ਮਨ ਚਲਾਉਂਦਾ ਹੈ। ਦੇਹ ਆਪੇ ਕੁਛ ਨਹੀਂ ਕਰਦੇ। ਮੇਰਾ ਮਨ ਜੋ ਚੇਤਨਤਾ ਵਾਲਾ ਹੈ, ਬਲਵਾਨ ਹੈ, ਵੱਖਰਾ ਹੈ, ਤੇ ਦੇਹ ਜੜ ਹੈ ਜੋ ਉਸ ਦੀ ਚਲਾਈ ਚੱਲਦੀ ਹੈ। ਜਦੋਂ ਚਿੰਤਾ ਆ ਚੰਬੜੇ ਤਾਂ ਸਰੀਰ ਢਿੱਲਾ ਤੇ ਰੋਗੀ ਜਿਹਾ ਹੋ ਜਾਂਦਾ ਹੈ, ਤਾਂ ਦੇਹ ਕਿਸੇ ਦਾਰੂ ਨਾਲ ਠੀਕ ਨਹੀਂ ਹੁੰਦੀ। ਪਰ ਜਦ ਚਿੰਤਾ ਵਿਚਾਰ ਨਾਲ ਦੂਰ ਹੋ ਜਾਏ ਤਾਂ ਦੇਹ ਆਪੇ ਸਵਸਥ ਹੋ ਜਾਂਦੀ ਹੈ। ਤਾਂ ਤੇ ਚੇਤਨ ਦੇਹ ਤੋਂ ਵੱਖਰਾ ਸੀ। ਤਾਪ ਚੜੇ ਤਾਂ ਆਖਦਾ ਸੀ ਮੈਂ ਦੁਖੀ ਹਾਂ, ਪਰ ਹੁਣ ਜਾਣਦਾ ਹੈ ਕਿ ਤਾਪ ਦੇਹ ਨੂੰ ਹੈ। ਮੈਂ ਤਾਂ ਦੇਹ ਦਾ ਸੰਗੀ ਹੋਣ ਕਰਕੇ ਦੁੱਖ ਪ੍ਰਤੀਤ ਕਰ ਰਿਹਾ ਹਾਂ। ਇਉਂ ਜਦੋਂ ਦੇਹ ਤੋਂ ਸੰਕਲਪ ਨੂੰ ਖਿੱਚ ਕੇ ਅਡੋਲ ਹੋ ਕੇ ਆਪੇ ਵਿੱਚ ਟਿਕਦਾ ਹੈ ਤਾਂ ਆਪ ਨੂੰ ਦੁੱਖਹੀਣ ਤੇ ਸੁਖ ਵਿੱਚ ਪ੍ਰਤੀਤ ਕਰਦਾ ਹੈ। ਇਸ ਸੁਖ ਦਾ ਜਾਣੂ ਹੋ ਜਾਣ ਤੇ ਦੇਹ ਦੇ ਭੋਗਾਂ ਵਿੱਚ ਲੰਪਟ ਵਿੱਚ ਨਹੀਂ ਹੁੰਦਾ ਤੇ ਦੇਹ ਨੂੰ ਨਾਸ਼ਵਾਨ ਜਾਣ ਕੇ ਫਿਰ ਇਸ ਦੇ ਭੋਗਾਂ ਰਸਾਂ ਲਈ ਪਾਪ ਵੀ ਨਹੀਂ ਕਰਦਾ। ਸੋ ਐਸੇ ਉੱਜਲ ਪੁਰਖ ਨੂੰ
ਆਪੇ ਵਿੱਚ ਟਿਕਣ ਦਾ ਜੋ ਰਸ ਆਵੇਗਾ ਉਹ ਆਪੇ ਵਿੱਚ ਅੰਤਰਮੁਖ ਰਹਿਣੇ ਲਈ ਪ੍ਰੇਰਨਾ ਕਰਦਾ ਰਹੇਗਾ। ਅੰਤਰਮੁਖ ਰਹਿੰਦਿਆਂ ਇਸ ਨੂੰ ਆਪੇ ਦੇ ਮੂਲ ਪਰਮ ਆਪੇ ਦੀ ਲਖਤਾ ਹੋ ਜਾਏਗੀ। ਇਹ ਫਿਰ ਉਸ ਦੇ ਪਿਆਰ ਧਿਆਨ ਵਿੱਚ ਰਹੇਗਾ। ਸਾਹ ਵੱਟ ਕੇ ਪਾਰੋ ਬੜੇ ਗਹੁ ਨਾਲ ਸੁਣਦਾ ਪਿਆ ਸੀ ਤੇ ਸਮਝਦਾ ਪਿਆ ਸੀ। ਲੰਮਾ ਸਾਹ ਲੈ ਕੇ ਬੋਲਿਆ, ਦਾਤਾ ਗੁਰੂ, ਐਸਾ ਅੰਤਰਮੁਖ ਧਿਆਨੀ ਫਿਰ ਜਗਤ ਵਿੱਚ ਤਾਂ ਨਾ ਰਹਿ ਸਕੇਗਾ। ਗ੍ਰਸਤ ਬੜਾ ਚਿੱਕੜ ਹੋਊ ਉਸ ਲਈ। ਗੁਰੂ ਜੀ, ਕਮਲ ਜਲ ਵਿੱਚ ਵਸਦਾ, ਜਲ ਤੋਂ ਅਲੇਪ ਰਹਿੰਦਾ ਹੈ। ਉਸ ਦਾ ਪਿਆਰ ਧਿਆਨ ਆਕਾਸ਼ਾਂ ਵਿੱਚ ਨਿਰਲੇਪ ਵਸਦੇ ਸੂਰਜ ਵੱਲ ਰਹਿੰਦਾ ਹੈ। ਤਿਵੇਂ ਇਹ ਪਿਆਰ ਧਿਆਨ ਉਸ ਸੰਤ ਨੂੰ ਪਰਮ ਆਤਮਾ ਵਿੱਚ ਲਾਈ ਰੱਖਦਾ ਹੈ। ਉਸ ਨੂੰ ਧਿਆਉਂਦਾ ਉਹ ਖਿੜਿਆ ਰਹਿੰਦਾ ਹੈ ਤੇ ਜਗਤ ਦੇ ਪਦਾਰਥ ਖਿੱਚਾਂ ਤੇ ਮੋਹ ਉਸ ਨੂੰ ਚੰਬੜਦੇ ਨਹੀਂ। ਨਾ ਹੀ ਉਹ ਦੇਹ ਦੇ ਦੁੱਖਾਂ ਸੁੱਖਾਂ ਤੇ ਆਮ ਲੋਕਾਂ ਵਾਂਗੂ ਹਰਖ ਸ਼ੋਕ ਕਰਦਾ ਹੈ। ਦਿਸਣ ਨੂੰ ਉਸ ਦੀ ਵਰਤੋਂ ਜਗਤ ਦੇ ਲੋਕਾਂ ਵਾਂਗ ਦਿਸਦੀ ਹੈ, ਪਰ ਉਹ ਅੰਦਰੋਂ ਪਰਮਾਤਮ ਧਿਆਨੀ ਹੋਣ ਕਰਕੇ ਜਗਤ ਦੇ ਮੋਹ ਜਾਲ ਦੇ ਬੰਧਨਾਂ ਵਿੱਚ ਨਹੀਂ ਹੁੰਦਾ। ਸਤਿਗੁਰ ਜੀ ਕਾ ਵਾਕ, ਪੰਚਾ ਕਾ ਗੁਰ ਏਕ ਧਿਆਨ। ਇਸ ਕਰਕੇ ਪੰਚੇ ਪਾਵਹਿ ਦਰਗਹਿ ਮਾਨ। ਉਹ ਪੰਜ, ਉਹ ਸੰਤ, ਉਹ ਪਰਮਹੰਸ ਦਰ ਪ੍ਰਵਾਨ ਹੁੰਦੇ ਹਨ। ਹਾਂ, ਸੁਣ ਪਾਰੋ, ਦਾਤਾ ਜੀ ਫਰਮਾਉਂਦੇ ਹਨ, ਸਰਵਰ ਕਮਲ ਕਿਰਨ ਆਕਾਸੀ, ਬਿਗਸੈ ਸਹਿਜ ਸੁਭਾਈ। ਪ੍ਰੀਤਮ ਪ੍ਰੀਤ ਬਨੀ ਅਬ ਐਸੀ, ਜੋਤੀ ਜੋਤ ਮਿਲਾਈ। ਅਰਥਾਤ ਕਮਲ ਸਰੋਵਰ ਵਿੱਚ ਹੈ, ਕਿਰਨਪਤੀ ਸੂਰਜ ਆਕਾਸ਼ ਵਿੱਚ ਹੈ, ਪਰ ਉਸ ਦੀ ਕਿਰਨ ਆ ਪੈਣ ਨਾਲ ਕਮਲ ਵਿਕਸਦਾ ਹੈ। ਬਿਨਾਂ ਕਿਸੇ ਯਤਨ ਦੇ ਸਹਿਜ ਸੁਭਾਵਕ ਹੀ। ਤਿਵੇਂ ਮੇਰੇ ਦਿਲ ਵਿੱਚ ਪ੍ਰੀਤਮ ਪਰਮਾਤਮ ਦੀ ਪ੍ਰੀਤ ਐਸੀ ਬਣ ਗਈ ਹੈ ਕਿ ਇਸ ਪ੍ਰੀਤ ਨੇ ਉਸ ਜੋਤੀ ਸਰੂਪ ਵਿੱਚ ਮੇਰੀ ਜੋਤ ਨੂੰ ਮਿਲਾ ਦਿੱਤਾ ਹੈ। ਇਹ ਤਾਂ ਹੋਏ ਲੱਛਣ। ਹੁਣ ਰਹੇ ਦਰਸ਼ਨ। ਸ਼ਬਦ ਦਾ ਹੋ ਜਾ ਧਾਰਨੀ, ਨਾਮ ਰੂਪੀ ਰਤਨ ਦੀ ਚੁਗ ਚੋਗ, ਧਿਆਨ ਰੱਖ ਸੂਰਜ ਵੱਲ। ਇਹ ਤਾਂ ਹੋਏ ਲੱਛਣ। ਹੁਣ ਰਹੇ ਦਰਸ਼ਨ। ਸ਼ਬਦ ਦਾ ਹੋ ਜਾ ਧਾਰਨੀ, ਨਾਮ ਰੂਪੀ ਰਤਨ ਦੀ ਚੁਗ ਚੋਗ, ਧਿਆਨ ਰੱਖ ਸੂਰਜ ਵੱਲ, ਕਰਤਾ ਪੁਰਖ ਵੱਲ। ਗ੍ਰਸਤ ਦੇ ਵਿੱਚੇ ਹੋ ਜਾਏਗਾ ਹੰਸ, ਪਰਮਹੰਸ। ਫਿਰ ਕਰ ਲਈ ਆਪਣੇ ਦਰਸ਼ਨ ਆਪ ਮੁਸਕਰਾ ਕੇ। ਪਾਰੋ, ਕਾਹਦੇ ਸਾਹੇ ਜੇ ਆਪ ਨਾ ਵਿਆਹੇ। ਪਾਰੋ, ਹੁਣ ਧਿਆਨ ਲਾ ਕੇ ਸੁਣਦਾ, ਧਿਆਨ ਮਗਨ ਹੁੰਦਾ। ਗੁਰੂ ਚਿੱਤ ਵਿੱਚ ਚਿੱਤ ਸਮਾ ਰਿਹਾ ਸੀ। ਸਹਿਜ ਸੁਭਾਵ ਤੇ ਅਣਜਾਣੇ ਲੱਗ ਗਈ ਉਸ ਸ਼ੋ ਆਤਮ ਰੰਗ ਦੀ ਤੇ ਰਸ ਵਿੱਚ ਰੱਤੇ ਦਾ ਸੀਸ ਚਰਨਾਂ ਤੇ ਜਾ ਲੱਗਾ। ਬੋਲਿਆ, ਦਾਤਾ, ਮੈਨੂੰ ਹੁਣ ਹੋ ਗਏ ਹਨ ਦਰਸ਼ਨ ਪਰਮਹੰਸਾਂ ਦੇ ਵੀ ਪਰਮਹੰਸਾਂ ਦੇ। ਬੋਲਿਆ, ਦਾਤਾ, ਮੈਨੂੰ ਹੁਣ ਹੋ ਗਏ ਹਨ ਦਰਸ਼ਨ ਪਰਮਹੰਸਾਂ ਦੇ ਵੀ ਪਰਮਹੰਸ ਦੇ। ਹੇ ਪਰਮਹੰਸਾਂ ਦੇ ਰਾਜਹੰਸ, ਖੈਰ ਪਾ ਦਿਓ ਸ਼ਬਦ ਰਤਨ ਦੀ ਮੇਰੀ ਝੋਲੀ। ਤਰੁੱਠ ਪਏ ਦੇਣਹਾਰ ਦਾਤਾ, ਨਾਮਦਾਨ ਦੇ ਦਿੱਤਾ। ਰਾਸ ਪਾ ਦਿੱਤੀ ਵਪਾਰੀ ਨੂੰ ਅਮੁੱਲ ਵਪਾਰ ਦੀ। ਆਖ ਦਿੱਤਾ ਕਰ ਕਮਾਈ ਅਰਥ ਦੀ, ਪਰ ਕਰ ਕਮਾਈ ਨਾਲ ਪਰਮਾਰਥ ਦੀ ਵੀ। ਅਰਥ ਪਰਮਾਰਥ ਦਾ ਮੇਲ ਕਰ, ਅਰਥ ਪਰਮਾਰਥ ਨਿਖੇੜ ਕੇ ਨਾ ਬਹੁ। ਦੋਹਾਂ ਨੂੰ ਮੇਲ ਕੇ ਤੁਰ। ਜਿਵੇਂ ਕਮਲ ਜਲ ਵਿੱਚ ਵਸਦਾ ਤੇ ਜਲ ਤੋਂ ਪਲਦਾ, ਖੇੜਾ ਸੂਰਜ ਤੋਂ ਲੈਂਦਾ ਹੈ ਤੇ ਵਿਕਸਦਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਹਰ ਕਮਾਈ ਫਿਰ ਤੇਰੀ ਕਲਿਆਣ ਹੋਸੀ ਪਰਮਹੰਸ ਹੋ ਕੇ। ਪਾਰੋ, ਮਿਲਦਾ ਰਹੀ ਗੋਇੰਦਵਾਲ ਵਾਲੇ ਨੂੰ। ਪਾਰੋ,
ਮਿਲਦਾ ਰਹੀਂ ਗੋਇੰਦਵਾਲ ਵਾਲੇ ਨੂੰ, ਤੂੰ ਮਿਲਦਾ ਰਹੀਂ ਭਾਈ ਗੋਇੰਦਵਾਲ ਵਾਲੇ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਚਨਾ। ਪਾਰੋ ਨੂੰ ਗੁਰੂ ਜੀ ਤੀਸਰੇ ਸਾਹਿਬਾਂ ਦੇ ਸਪੁਰਦ ਕਰ ਗਏ ਸਨ। ਪਾਰੋ ਉਹਨਾਂ ਦੀ ਚਰਨ ਸ਼ਰਨ ਆਉਂਦਾ ਰਿਹਾ। ਹਾਂ, ਪਾਰੋ ਪਰਮਹੰਸ ਕੀ ਸੱਚਮੁੱਚ ਪਾਰਗ੍ਰਾਮੀ ਗੁਰਮੁਖ ਹੋ ਗਿਆ, ਜੋ ਗੁਰਿਆਈ ਅਵਸਥਾ ਦੇ ਲਗਭਗ ਜਾ ਪੁੱਜਾ। ਇਸ ਮਹਾਂਪੁਰਖ ਦਾ ਹੋਰ ਹਾਲ ਤੀਸਰੇ ਸਾਹਿਬਾਂ ਦੇ ਹਾਲਾਤ ਵਿੱਚ ਆਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 49 ਮੱਲੂ ਸ਼ਾਹ। ਇੱਕ ਦਿਨ ਇੱਕ ਫੌਜੀ ਜੀਵਨ ਵਾਲਾ ਮੱਲੂ ਸ਼ਾਹ ਨਾਮੇ ਹਾਜ਼ਰ ਹੋਇਆ। ਬਿਨੈ ਕੀਤੀ ਉਸ ਪਾਤਸ਼ਾਹ, ਜੀਵਨ ਥੋੜਾ ਹੈ, ਮੌਤ ਨਿਸ਼ਚੇ ਹੈ, ਮੇਰੀ ਵੀ ਹੈ ਤੇ ਸਭ ਦੀ ਵੀ, ਪਰ ਸਾਡੀ ਮੌਤ ਤਾਂ ਬਹੁਤ ਕਾਹਲੀ ਹੈ। ਜਿੰਦ ਤਲੀ ਤੇ ਰੱਖੀ ਫਿਰੀਦੀ ਹੈ। ਜੋ ਸਾਡਾ ਜਿਉਣਾ ਹੈ ਸੋ ਛਾਵਣੀਆਂ ਵਿੱਚ ਵਿਹਲੀਆਂ ਖਾਣ ਦਾ ਜਾਂ ਜੰਗ ਛਿੜੇ ਜਾਣ ਤੇ ਮਰਨ ਮਾਰਨ ਦਾ। ਸਾਡਾ ਵੀ ਪਾਰ ਉਤਾਰਾ ਕਰੋ ਕਿਵੇਂ। ਗੁਰੂ ਜੀ, ਹਰ ਮਨੁੱਖ ਸੁੱਖ ਦਾ ਲੋੜਕੂ ਹੈ, ਪਰ ਹਰ ਕੋਈ ਨਿਰੇ ਆਪਣੇ ਸੁੱਖ ਦਾ ਲੋੜਕੂ ਹੈ। ਬਣਦਾ ਤਾਂ ਇਹ ਸੀ ਕਿ ਜਿਵੇਂ ਆਪਣਾ ਸੁੱਖ ਲੋੜੀਦਾ ਹੈ, ਹੋਰਨਾਂ ਦਾ ਵੀ ਸੁੱਖ ਲੋੜੀਏ, ਪਰ ਦੇਖੀਦਾ ਇਹ ਹੈ ਕਿ ਆਪਣੇ ਤੋਂ ਛੁੱਟ ਕੋਈ ਕਿਸੇ ਦਾ ਸੁੱਖ ਨਹੀਂ ਲੋੜਦਾ। ਸੋ ਹਰ ਕੋਈ ਦੂਜੇ ਦੇ ਸੁੱਖ ਨੂੰ ਓਪਰਾ ਜਾਣਦਾ ਹੈ। ਇਸ ਕਰਕੇ ਹਰ ਇੱਕ ਵਿੱਚ ਦੂਜੇ ਨਾਲ ਵਿਤਕਰਾ ਵਸ ਰਿਹਾ ਹੈ। ਇਹੋ ਭਾਵ ਪਰਸਪਰ ਈਰਖਾ ਦੁਵੈਖ ਵਿੱਚ ਵੱਧ ਖਲੋਂਦਾ ਹੈ। ਇਸ ਕਰਕੇ ਮਨੁੱਖ ਮਨੁੱਖ ਵਿੱਚ ਈਰਖਾ, ਦੇਸ਼ ਦੇਸ਼ ਵਿੱਚ ਵੈਰ ਵਿਆਪ ਰਿਹਾ ਹੈ। ਜੇ ਮਨੁੱਖ ਇਸ ਭਾਵ ਵਿੱਚ ਆ ਜਾਣ ਕਿ ਆਪਣਾ ਸੁੱਖ ਲੋਚਣ, ਪਰ ਨਾਲ ਹੀ ਦੂਸਰੇ ਦਾ ਸੁੱਖ ਵੀ ਲੋਚਣ, ਤੇ ਅੰਦਰੋਂ ਵਿਤਕਰਾ ਘਟੇ ਤੇ ਹਟੇ। ਹਾਂ, ਜੇ ਨਿਜ ਸੁੱਖ ਤੇ ਪਰ ਸੁੱਖ ਦੋਹਾਂ ਨੂੰ ਜੀਵ ਸ਼ਕਤੀ ਸਮਝੇ ਤਾਂ ਝਗੜੇ ਕਿਉਂ ਹੋਣ, ਤੇ ਜੇ ਇੱਕ ਦਾ ਝਗੜਾ ਨਾ ਰਹੇ ਤਾਂ ਦੇਸ਼ਾਂ ਤੇ ਜਾਤਾਂ ਕੌਮਾਂ ਦੇ ਝਗੜੇ ਤੇ ਜੰਗ ਕਿਉਂ ਹੋਣ। ਰਾਜੇ ਪਾਤਸ਼ਾਹ ਕਿਉਂ ਇੱਕ ਦੂਜੇ ਨੂੰ ਮਾਰਨ ਉੱਠ ਪੈਣ, ਪਰ ਹਉ ਹੰਕਾਰ ਵਿੱਚ ਭਰੇ ਰਾਜੇ, ਯੋਧੇ ਤੇ ਜਰਵਾਣੇ, ਮਨੁੱਖ ਤੇ ਲੋਕ ਦੂਜਿਆਂ ਤੋਂ ਖੋਹਣ ਨੂੰ ਟੁਰ ਪੈਂਦੇ ਹਨ। ਇਉਂ ਜੋ ਨਹੀਂ ਚਾਹੁੰਦੇ ਜੰਗ, ਉਹਨਾਂ ਨੂੰ ਵੀ ਆਪਣੀ ਰਾਖੀ ਲਈ ਕਰਨਾ ਪੈਂਦਾ ਹੈ ਅੱਗੋਂ ਜੰਗ। ਜੇ ਉਹ ਨਾ ਕਰਨ ਜੰਗ ਤਾਂ ਗਲੇ ਪੈਂਦੀ ਹੈ ਗੁਲਾਮੀ। ਇਉਂ ਜੰਗ ਵੀ ਹੋ ਗਿਆ ਹੈ ਮਨੁੱਖ ਦਾ ਇੱਕ ਸਾਥੀ। ਸੋ ਭਾਈ, ਜਿਸ ਨੂੰ ਇਹ ਜੀਵਨ ਮਿਲੇ ਜੰਗੀ ਜੀਵਨ, ਉਹ ਜ਼ੋਰ ਜ਼ੁਲਮ ਦਾ ਭਾਈਵਾਲ ਨਾ ਬਣੇ, ਦੂਜਿਆਂ ਨੂੰ ਲੁੱਟਣ ਮਾਰਨ ਖੋਹਣ ਨੂੰ ਬੀਰਤਾ ਨਾ ਸਮਝੇ, ਕਿਸੇ ਦੀ ਖੁੱਲ੍ਹ ਖੋਹ ਕੇ ਬੰਦੀ ਨਾ ਪਾਵੇ, ਨਾ ਕਿਸੇ ਮਨੁੱਖ ਨੂੰ, ਨਾ ਪਰਜਾ ਨੂੰ, ਨਾ ਜ਼ੋਰ ਜ਼ੁਲਮ ਵਾਲਿਆਂ ਨੂੰ ਹੋੜੇ, ਸਗੋਂ ਜ਼ੁਲਮੀ ਜਿਨ੍ਹਾਂ ਦੇ ਸਿਰ ਪਏ ਉਹਨਾਂ ਦੀ ਰਾਖੀ ਕਰੇ ਤੇ ਕਦੇ ਖੁੱਲ੍ਹ ਦੀ ਖਾਤਰ ਖਤਰੇ ਤੋਂ ਨਾ ਖੌਫ ਖਾਏ, ਪਰ ਉਪਕਾਰ ਲਈ ਕਮਰ ਕੱਸੇ ਹੋਏ ਰਹਿਣ। ਮੱਲੂ ਭਾਈ, ਜੰਗੀ ਜੀਵਨ ਬੀਰ ਰਸੀ ਜੀਵਨ ਹੈ। ਇਹ ਜ਼ੋਰ ਜ਼ੁਲਮ ਕਰਨ ਵਾਲਿਆਂ ਨੂੰ ਜ਼ੋਰ ਜ਼ੁਲਮ ਤੋਂ ਹੋੜਨ ਲਈ ਬਣਾਇਆ ਗਿਆ ਹੈ ਸੀ। ਇਹ ਆਪ ਜ਼ੋਰ ਜ਼ੁਲਮ ਕਰਨ ਲਈ ਨਹੀਂ ਹੈ। ਇਹ ਇੱਕ ਮਹਾਨ ਦਾਨ ਹੈ, ਜਿਸ ਵਿੱਚ ਆਪਣੇ ਸਰੀਰ ਦਾ ਵੀ ਦਾਨ ਹੋ ਜਾਂਦਾ ਹੈ। ਇਸ ਦਾ ਮੂਲ ਹੈ ਉਤਸ਼ਾਹ, ਤੇ ਉਤਸ਼ਾਹ ਪਰ ਉਪਕਾਰ ਕਰਨ ਦਾ, ਬਦੀ ਨੂੰ ਰੋਕਣ ਦਾ, ਨੇਕੀ ਨੂੰ ਪ੍ਰਚਾਰਨ ਦਾ, ਬੰਦੀਆਂ ਦੀਆਂ ਬੰਦੀਆਂ ਛੁਡਾਉਣ ਦਾ ਅਤੇ ਖੁੱਲ੍ਹ ਖਿਲਾਰਨ ਦਾ। ਸੋ ਸੂਰਮਾ ਆਪਣੇ ਵੀਰ ਰਸੀ ਧਰਮਾਂ ਵਿੱਚ ਕਦੇ ਭੀਰੂ ਕਾਇਰ ਨਾ ਬਣੇ। ਵੀਰ ਰਸੀ ਉਪਕਾਰੀ ਯੋਧੇ ਦੀ ਸਨਮੁਖ ਜੂਝਦਿਆਂ ਆਈ ਮੌਤ ਸਫਲ ਹੁੰਦੀ ਹੈ। ਮੱਲੂ ਸ਼ਾਹ।
सच कहा ने, बड़ा उच्चा सुच्चा दर्शन दिखाया ने। वाह वाह, समझ आई है हुण कि डाढी सोच नाल ਇਹ ਜੀਵਨ ਧਾਰਨਾ ਲੋੜੀਏ। ਜੀਓ ਜੀ, ਇੱਕ ਹੋਰ ਅਰਜ਼ ਹੈ। ਆਪਣੀ ਜਾਨ ਤਲੀ ਤੇ ਧਰੀ ਦੀ ਹੈ, ਤਾਂ ਹੀ ਜਾਈਦਾ ਹੈ ਫੌਜ ਵਿੱਚ, ਪਰ ਫੇਰ ਵੀ ਮੌਤ ਦਾ ਡਰ ਬਣਿਆ ਹੀ ਰਹਿੰਦਾ ਹੈ। ਗੁਰੂ ਜੀ, ਮੌਤ ਦਾ ਡਰ ਹਰ ਕਿਸੇ ਤੇ ਹੈ। ਇਹ ਡਰ ਜਿਤਨਾ ਪਰਮਾਰਥ ਹੈ, ਪਰ ਫੌਜੀ ਨੂੰ ਇੱਕ ਹੋਰ ਵਿਚਾਰ ਵੀ ਸਹਾਈ ਹੁੰਦੀ ਹੈ। ਉਹ ਇਹ ਹੈ ਕਿ ਮਰਨਾ ਬਰਹਕ ਸਭ ਕਿਸੇ ਦਾ, ਫਿਰ ਮਰਨਾ ਹੁੰਦਾ ਹੈ ਕਿਸੇ ਬਹਾਨੇ, ਕਿਸੇ ਕਾਰਨ। ਫਿਰ ਮਰਨਾ ਹੁੰਦਾ ਹੈ ਕਿਸੇ ਬਹਾਨੇ, ਕਿਸੇ ਕਾਰਨ। ਸਰੀਰ ਅਕਸਰ ਬਿਨਸਦਾ ਹੈ ਕਿਸੇ ਬਿਮਾਰੀ ਆਦਿ ਕਾਰਨ ਨਾਲ, ਜੋ ਕਈ ਵੇਰ ਲੰਮੇ ਹੁੰਦੇ ਹਨ। ਯੋਧੇ ਦੀ ਮੌਤ ਸ਼ਸਤਰ ਨਾਲ ਤੇ ਅਕਸਰ ਝਟਾਪਟੀ ਹੁੰਦੀ ਹੈ। ਸੋ ਕਿਉਂ ਫਿਕਰ ਕਰੇ ਮੌਤ ਦਾ? ਮੌਤ ਅੰਤ ਹੈ ਹਰ ਜੀਵਨ ਦਾ, ਜੋ ਅਵਸ਼ ਆਉਣਾ ਹੈ। ਫਿਕਰ ਤੇ ਖੌਫ ਕਿਉਂ? ਖੌਫ ਮੌਤ ਦਾ ਨਹੀਂ ਚਾਹੀਏ। ਮੰਦੀ ਤਰ੍ਹਾਂ ਬਸਰ ਕੀਤੇ ਜੀਵਨ ਦਾ ਖੌਫ ਚਾਹੀਏ। ਮੱਲੂ, ਪਰ ਜੀਓ ਜੀ, ਫੌਜੀ ਦਾ ਪਰਮਾਰਥ ਕਿਵੇਂ ਸਿਰੇ ਚੜੇ? ਗੁਰੂ ਜੀ, ਤੈਨੂੰ ਦੱਸੀਆਂ ਵਿਚਾਰਾਂ ਮੁੜ ਵਿਚਾਰ ਲੈ। ਇਉਂ ਸਮਝ ਲੈ ਕਿ ਪਹਿਲਾ, ਆਪਣਾ ਮਰਨਾ ਬਰਹਕ, ਪਰ ਮਰਦਾ ਹੈ ਸਰੀਰ, ਆਤਮਾ ਨਹੀਂ ਮਰਦਾ, ਉਹ ਅਮਰ ਹੈ। ਦੂਜਾ, ਅੰਧਕਾਰ, ਆਤਮਾ ਮਰ ਕੇ ਜਾਂ ਸੁਖੀ ਜਾਂ ਦੁਖੀ। ਜੇ ਜਿਉਂਦਿਆਂ ਅੰਧਕਾਰ ਵਿੱਚ ਰਿਹਾ ਤਾਂ ਮਰ ਕੇ ਵੀ ਅੰਧਕਾਰ ਵਿੱਚ ਦੁੱਖ। ਸੋ ਜਿਉਂਦਿਆਂ ਅੰਧਕਾਰ ਵਿੱਚ ਨਾ ਰਹੇ, ਮਰ ਕੇ ਸੁਖੀ ਹੋਵੇਗਾ ਚਾਨਣੇ ਵਿੱਚ। ਨੰਬਰ 3, ਅੰਧਕਾਰ ਟੁੱਟਦਾ ਹੈ ਪਹਿਲਾ, ਦਾਨ ਨਾਲ, ਜੋ ਕਮਾਵੇ ਵੰਡ ਖਾਵੇ। ਦੂਜਾ, ਪਾਪ ਨਾ ਕਰਨੇ ਨਾਲ, ਪਾਪ ਕਰਨ ਤੋਂ ਆਪ ਨੂੰ ਹੋੜੋ, ਫੇਰ ਭੁੱਲੇ ਤਾਂ ਫੇਰ ਹੋੜੇ, ਫੇਰ ਭੁੱਲੇ ਫੇਰ ਹੋੜੇ, ਅੰਤ ਜਿੱਤ ਜਾਵੇਗਾ। ਤੀਜੇ, ਬਾਣੀ ਨਾਲ, ਬਾਣੀ ਗੁਰੂ ਸਾਹਿਬਾਂ ਦੀ ਕਲਯੁਗ ਵਿੱਚ ਬੋਹਿਥਾ ਹੈ, ਜਿਸ ਦੇ ਸਮਝਣ ਲਈ ਪੰਡਤਾਈ ਦੀ ਲੋੜ ਨਹੀਂ। ਬਾਣੀ ਦਾ ਪਾਠ ਕਰੇ, ਵਿਚਾਰੇ, ਅਮਲ ਕਰੇ। ਬਾਣੀ ਦੱਸਦੀ ਹੈ, ਬਦੀ ਤੋਂ ਬਚੋ, ਨੇਕੀ ਕਰੋ, ਵਾਹਿਗੁਰੂ ਦੀ ਸਿਫਤ ਸਲਾਹ ਕਰੋ, ਬਾਣੀ ਦਾ ਕੀਰਤਨ ਸੁਣ ਕੇ ਜਾਂ ਆਪ ਕਰਕੇ। ਬਾਣੀ ਦੱਸਦੀ ਹੈ, ਅੰਦਰ ਨੂੰ ਇਕਾਗਰ ਕਰੋ, ਅੰਦਰ ਨੂੰ ਨਿਰਮਲ ਕਰੋ ਤੇ ਵਾਹਿਗੁਰੂ ਜੀ ਨੂੰ ਮਿਲ ਪਵੋ। ਇਹ ਤ੍ਰੈ ਕੰਮ ਹੁੰਦੇ ਹਨ। ਚੌਥਾ, ਨਾਮ ਨਾਲ, ਕਰਤਾ ਪੁਰਖ ਦਾ ਨਾਮ ਜਪੋ। ਜਪਦਿਆਂ ਉਹ ਅੰਦਰ ਧਸੇਗਾ, ਸਿਮਰਨ ਬਣ ਜਾਏਗਾ। ਸਿਮਰਨ ਨਾਲ ਮਨ ਇਕਾਗਰ ਤੇ ਨਿਰਮਲ ਹੋਏਗਾ, ਬੁੱਧੀ ਸਵੱਛ ਹੋ ਜਾਏਗੀ। ਨਿਰਮਲ ਮਨ ਹੋਣ ਨਾਲ ਆਪਾ ਵੱਖਰਾ ਭਾਸਣ ਲੱਗ ਜਾਏਗਾ। ਹੁਣ ਜਦ ਆਪਾ ਨਿਰਮਲ ਤੇ ਨਿਰੋਲ ਹੋਏਗਾ ਤਾਂ ਆਪਣੇ ਅੰਦਰ ਪਰਮਾਤਮਾ ਨੂੰ ਪ੍ਰਤੀਤ ਕਰੇਗਾ ਤੇ ਬਾਹਰ ਸਰਬ ਵਿੱਚ ਉਹੀ ਲਖੇਗਾ। ਕਰਤਾ ਪੁਰਖ ਅੰਗ ਸੰਗ ਪ੍ਰਤੀਤ ਕਰੇਗਾ, ਉਸ ਦੀ ਹਜ਼ੂਰੀ ਵਿੱਚ ਵਸੇਗਾ। ਫੇਰ ਹੁਣ ਉਹ ਜੋ ਕੰਮ ਕਰੇਗਾ ਸੁਤੇ ਨੇਕੀ ਦੇ ਹੋਣਗੇ, ਜੋ ਕਾਮਨਾ ਰਹਿਤ ਹੋਣਗੇ। ਉਹ ਖੁਸ਼ੀ ਤੇ ਚਾਉ ਤੇ ਉਮਾਹ ਨਾਲ ਆਪੇ ਪਏ ਹੋਣਗੇ। ਸਰਬ ਵਿੱਚ ਜੋ ਦੇਖੇਗਾ ਉਹ ਜੋਤ ਪਸਰ ਰਹੀ ਹੈ ਆਪਣੇ ਪਿਆਰੇ ਕਰਤਾ ਪੁਰਖ ਦੀ। ਮੱਲੂ ਸ਼ਾਹ, ਬੜੀ ਮਿਹਰ ਕੀਤੀ ਨੇ, ਹੁਣ ਰਾਹੇ ਪਾ ਦਿਓ। ਤਦ ਦਾਤੇ ਨੇ ਨਾਮਦਾਨ ਬਖਸ਼ਿਆ ਤੇ ਸਿਫਤ ਸਲਾਹ ਦੇ ਰਸਤੇ ਪਾ ਦਿੱਤਾ। ਫਿਰ ਫਰਮਾਇਆ, ਫੌਜੀ ਆਦਮੀ ਨੂੰ ਜਦੋਂ ਜੰਗ ਨਾ ਹੋਵੇ ਤਾਂ ਹੋਰਨਾਂ ਨਾਲੋਂ ਵਿਹਲ ਹੁੰਦੀ ਹੈ। ਉਹ ਜੇ ਸਾਈਂ ਦੇ ਰਾਹ ਟੁਰੇ ਤਾਂ ਉਹਨੂੰ ਨਾਮ ਅਭਿਆਸ ਲਈ ਸਮਾਂ ਚੋਖਾ ਲੱਜ ਜਾਂਦਾ ਹੈ। ਉਹ ਜੇ ਨੇਕੀ ਕਰੇ ਤਾਂ ਉਸ ਨੂੰ ਉਪਕਾਰ ਲਈ ਵੀ ਸਮਾਂ ਲੱਜਦਾ ਹੈ। ਇਸ ਤਰ੍ਹਾਂ ਸੁਣ ਕੇ ਪੂਰੇ ਗੁਰੂ ਦਾ ਉਪਦੇਸ਼ ਘਰ ਕਰ ਗਿਆ, ਨਾਮ ਅੰਦਰ ਪੁੜ ਗਿਆ। ਮੱਲੂ ਸ਼ਾਹ ਦਾਨ ਕਰਦਾ, ਵੰਡ ਖਾਂਦਾ, ਨਾਮ ਸਿਮਰਦਾ, ਗਿਆਨ ਅਰੂੜ ਹੁੰਦਾ ਜਨਮ ਜਿੱਤ ਗਿਆ। ਉਸ ਦਾ ਨਾਮ ਭਾਈ ਗੁਰਦਾਸ ਜੀ ਨੇ ਆਪਣੇ ਚੋਟੀ ਦੇ ਸਿੱਖਾਂ ਦੇ ਫਰਿਸ਼ਤਿਆਂ ਵਿੱਚ ਗਿਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 50, ਦੀਪਾ
ਨਾਰਾਇਣ ਦਾਸ ਬੂਲਾ। ਇੱਕ ਦਿਨ ਸਤਿਗੁਰੂ ਜੀ ਨੂੰ ਤਪਿਆਣੇ ਇਕਾਂਤ ਬੈਠਿਆਂ ਸੁਣ ਕੇ 2-3 ਸਿੱਖ ਜੋ ਪਰਮਾਰਥ ਦੇ ਢੁੰਡਾਊ ਆਏ ਹੋਏ ਸਨ, ਸਤਿਗੁਰਾਂ ਦੇ ਪਾਸ ਆਏ ਤੇ ਮੱਥਾ ਟੇਕ ਕੇ ਬੈਠ ਗਏ ਤੇ ਐਉਂ ਬੋਲੇ, ਦੀਪਾ ਸੁਆਮੀ ਜੀਓ ਸ਼ਰਨ ਆਏ ਹਾਂ। ਸਤਿਗੁਰੂ ਬੋਲੇ, ਆਓ ਜੀਓ ਆਇਆਂ ਨੂੰ। ਦੀਪਾ, ਦੁਨੀਆ ਹੈ ਗਰਜ਼ੀ, ਅਸੀਂ ਵੀ ਆਏ ਹਾਂ ਗਰਜ਼ੀ ਹੋ ਕੇ। ਗਰਜ਼ ਇਹ ਹੈ ਕਿ ਇੱਕ ਦੁੱਖ ਹੈ ਦਾਰੂ, ਜਿਸ ਦਾ ਹਜ਼ੂਰ ਪਾਸ ਦੱਸੀਦਾ ਹੈ। ਗਰਜ਼ ਇਹ ਹੈ ਕਿ ਇੱਕ ਦੁੱਖ ਹੈ ਦਾਰੂ, ਜਿਸ ਦਾ ਹਜ਼ੂਰ ਪਾਸ ਦੱਸੀਦਾ ਹੈ। ਹਾਂ ਜੀ, ਜਨਮ ਮਰਨ ਦਾ ਦੁੱਖ ਕਿਵੇਂ ਮਿਟ ਜਾਏ? ਇਹ ਸਿਰ ਦੁੱਖਾਂ ਦੇ ਦੁੱਖ। ਗੁਰੂ ਜੀ ਨੇ ਸੁਣ ਕੇ ਇੱਕ ਨਿੱਕਾ ਜਿਹਾ ਸਹਿਕਵਾਂ ਸਾਹ ਲਿਆ ਤੇ ਵੈਰਾਗਮਈ ਸੁਰ ਵਿੱਚ ਬੋਲੇ, ਕਬੀਰ ਜੀ ਨੇ ਵੀ ਕਿਹਾ ਸੀ, ਗੌੜੀ ਕਬੀਰ ਜੀ, ਜੇ ਮੁਖ ਪਾਚੋ ਅੰਮ੍ਰਿਤ ਖਾਏ, ਤਿਹ ਮੁਖ ਦੇਖਤ ਲੂਕਟ ਲਾਏ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹਿ ਅਰ ਗਰਭ ਬਸੇਰਾ ਰਹਾਓ। ਕਾਇਆ ਬਿਗੁਤੀ ਬਹੁ ਬਿਦ ਭਾਤੀ, ਕੋ ਜਾਰੇ ਕੋ ਗੱਡ ਲੈ ਮਾਟੀ। ਕਹੋ ਕਬੀਰ ਹਰ ਚਰਨ ਦਿਖਾਵੋ, ਪਾਛੇ ਤੇ ਜਮ ਕਿਉ ਨਾ ਪਿਛਾ ਪਠਾਵੋ। ਕਹੋ ਕਬੀਰ ਹਰ ਚਰਨ ਦਿਖਾਵੋ, ਪਾਛੇ ਤੇ ਜਮ ਕਿਉ ਨਾ ਪਠਾਵੋ। ਨਾਰਾਇਣ ਦਾਸ, ਇਹੋ ਦਾਤਾ, ਇਹੋ ਅਗਨ ਦਹਿ ਅਰ ਗਰਭ ਬਸੇਰਾ ਕੱਟ ਦਿਓ। ਕੁਛ ਚਿਰ ਚੁੱਪ ਰਹਿ ਕੇ ਮਾਲਕ ਜੀ ਫੇਰ ਬੋਲੇ, ਹੱਟੀਆਂ ਤੋਂ ਹੁੱਟ ਕੇ ਕਿ ਘਰਾਂ ਤੋਂ ਹੁੱਸ ਕੇ ਆਏ ਹੋ, ਕਿ ਕਿਸੇ ਜੋਗੀ ਰਾਵਲ ਨੂੰ ਮਿਲ ਕੇ ਆਪੇ ਨੂੰ ਹਟਕਦੇ ਹਟਕਾਂਦੇ ਹਾਰ ਥੱਕ ਕੇ ਆਏ ਹੋ। ਹਿੱਕੇ ਦੇਖਾ ਦੇਖੀ ਕਿਸੇ ਮਿੱਤਰ ਕਿ ਹਮਸਾਏ ਦੀ ਪਰਮਾਰਥ ਦਾ ਤੁਰਲਾ ਟਿੱਕਾ ਲਵਾਉਣ ਆਏ ਹੋ, ਕਿ ਜਿੱਥੇ ਮਾਇਆ ਨਾਮਣਾ ਤੇ ਵਡਿੱਤ ਹੋ ਗਈ ਹੈ, ਉੱਥੇ ਇਹ ਵੀ ਚੰਨ ਇੱਕ ਹੋਰ ਲੱਗ ਜਾਏ ਮੱਥੇ ਉੱਤੇ ਪਰਮਾਰਥੀ ਹੋਣ ਦਾ, ਜਾਂ ਕੋਈ ਥੁੜ ਥੁੜ ਲੈ ਆਈ ਹੈ ਫਕੀਰਾਂ ਤੋਂ ਕਰਾਮਾਤ ਦੀ ਆਸ ਵਿੱਚ ਪੂਰੀ ਹੋਣੇ ਦੀ। ਕੁਛ ਚਿਰ ਚੁੱਪ ਰਹਿ ਕੇ ਮਾਲਕ ਜੀ ਫੇਰ ਬੋਲੇ, ਹੱਟੀਆਂ ਤੋਂ ਹੁੱਟ ਕੇ ਕਿ ਘਰਾਂ ਤੋਂ ਹੁੱਸ ਕੇ ਆਏ ਹੋ, ਕਿ ਕਿਸੇ ਜੋਗੀ ਰਾਵਲ ਨੂੰ ਮਿਲ ਕੇ ਆਪੇ ਨੂੰ ਹਟਕਦੇ ਹਟਕਾਂਦੇ ਹਾਰ ਥੱਕ ਕੇ ਆਏ ਹੋ। ਹਿੱਕੇ ਦੇਖਾ ਦੇਖੀ ਕਿਸੇ ਮਿੱਤਰ ਕਿ ਹਮਸਾਏ ਦੀ ਪਰਮਾਰਥ ਦਾ ਤੁਰਲਾ ਟਿੱਕਾ ਲਵਾਉਣ ਆਏ ਹੋ, ਕਿ ਜਿੱਥੇ ਮਾਇਆ ਨਾਮਣਾ ਤੇ ਵਡਿੱਤ ਹੋ ਗਈ ਹੈ, ਉੱਥੇ ਇਹ ਵੀ ਚੰਨ ਇੱਕ ਹੋਰ ਲੱਗ ਜਾਏ ਮੱਥੇ ਉੱਤੇ ਪਰਮਾਰਥੀ ਹੋਣ ਦਾ, ਜਾਂ ਕੋਈ ਥੁੜ ਥੁੜ ਲੈ ਆਈ ਹੈ ਫਕੀਰਾਂ ਤੋਂ ਕਰਾਮਾਤ ਦੀ ਆਸ ਵਿੱਚ ਪੂਰੇ ਹੋਣ ਦੀ। ਬੂਲਾ, ਸੱਚ ਦੇ ਤੋਲਣਹਾਰ ਹੋ। ਇੰਨੇ ਹੀ ਲੋਕੀ ਫਿਰਦੇ ਹਨ ਸਾਧਾਂ ਸਿੱਧਾਂ ਦੇ ਦੁਆਰੇ, ਪਰ ਦਾਤਾ ਅਸੀਂ ਤਾਂ ਜਨਮ ਮਰਨ ਦਾ ਦੁੱਖ ਹਰਨ ਲਈ ਆਏ ਹਾਂ। ਹੈ ਇਹ ਵੀ ਗਰਜ਼, ਨਾ ਅਸਾਂ ਘਾਲ ਕੀਤੀ ਹੈ, ਕੋਈ ਨਾ ਕਿਸੇ ਦਰ ਗਏ ਹਾਂ ਬਹੁਤਾ। ਖਾਣ ਪੀਣ ਨੂੰ ਆਪ ਦੇ ਰਹੇ ਹੋ, ਕਦੇ ਕਦੇ ਰਲ ਬਹੀਦਾ ਹੈ ਗੱਲਾਂ ਬਾਤਾਂ ਵਿੱਚ ਜੋ ਸਰੀਰ ਦੇ ਸੁੱਖਾਂ ਭੋਗਾਂ ਦੀਆਂ ਹੁੰਦੀਆਂ ਹਨ। ਹੈਰਾਨ ਹੋ ਜਾਈਦਾ ਹੈ ਕਿ ਕਿਵੇਂ ਇਹ ਪਾਲੀ ਪੋਸੀ ਪੜ੍ਹਾਈ ਸਿਖਾਈ ਆਪਣੀ ਦੇਹੀ, ਕਿ ਮਿੱਠੇ ਪਿਆਰਿਆਂ ਦੀ ਪਿਆਰੀ ਦੇਹੀ ਅੱਗ ਦਾ ਭੋਗ ਬਣਾ ਦੇਈਦੀ ਹੈ ਆਪੇ। ਹੁਣ ਇੱਕ ਚਿਣਕ ਪਏ ਜੇ ਦੇਹ ਉੱਤੇ ਤਾਂ ਤੜਫ ਉੱਠੀਦਾ ਹੈ, ਤੇ ਉਸ ਵੇਲੇ ਇਹ ਸਾਰੀ ਭੋਗ ਬਣਾ ਦੇਈਦੀ ਹੈ ਅਗਨੀ ਦੇ ਅਲਾਂਬੇ ਦਾ। ਸੋਚੀਦਾ ਹੈ ਕਿ ਕੀ ਫਲ ਹੋਇਆ ਜੰਮਣ ਦੇ ਦੁੱਖ ਸਹਿਣ ਦਾ, ਤੇ ਪਲ ਕੇ ਭੋਗਾਂ ਦੇ ਸੁੱਖ ਮਾਣਨ ਦਾ। ਜੇ ਅੰਤ ਹੈ ਮਿੱਟੀ ਵਿੱਚ ਰੁਲ ਮਰਨ ਦਾ, ਜਾਂ ਅਗਨੀ ਵਿੱਚ ਅਗਨੀ ਦਾ ਭੋਗ ਬਣ ਜਾਣ ਦਾ, ਫਿਰ ਡਰ ਲੱਗਦਾ ਹੈ ਮਰਨ ਦਾ। ਡਰ ਲੱਗਦਾ ਹੈ ਆਪੇ ਅਣਚਾਹੇ ਆ ਚੰਬੜਨ ਵਾਲੇ ਦੁੱਖਾਂ ਦਾ। ਫਿਰ ਡਰ ਲੱਗਦਾ ਹੈ ਮਰ ਕੇ ਪੈਣ ਵਾਲੇ ਦੁੱਖਾਂ ਦਾ, ਤੇ ਫਿਰ ਮੁੜ ਕੇ ਗਰਭਵਾਸ ਦਾ। ਇਸ ਕਰਕੇ ਕਦੇ ਕੋਈ ਸਿੱਧਨਾਥ ਪੰਡਤ
ਇੱਕੇ ਰਮਤਾ ਰਾਵਲ ਕੋਈ ਆ ਗਿਆ ਤਾਂ ਪੁੱਛ ਦੱਸੀਦਾ ਹੈ ਰਾਹ ਖਹਿੜਾ, ਪਰ ਕਿਸੇ ਤੋਂ ਪੱਲੇ ਕੁਛ ਨਹੀਂ ਪੈਂਦਾ। ਕੋਈ ਵੈਰਾਗ ਭੁੱਲ ਦੱਸਦਾ ਹੈ, ਕੋਈ ਆਖਦਾ ਹੈ ਵੈਰਾਗੀ ਹੋ ਕੇ ਘਰ-ਬਾਰ ਛੱਡ ਕੇ ਬਣੀ ਪਰਬਤੀ ਜਾਂ ਅਸ਼ਟਾਂਗ ਯੋਗ ਕਰੋ, ਕੋਈ ਦੱਸਦਾ ਹੈ ਕਾਂਚੀ ਜਾ ਕੇ ਗਿਆਨ ਪੜ੍ਹੋ, ਕੋਈ ਔਖੇ ਔਖੇ ਕਰਮ ਕਾਂਡੀ ਕਰਮ ਦੱਸਦਾ ਹੈ। ਸਾਰੇ ਕੰਮ ਔਖੇ ਹੋਏ, ਕੌਣ ਛੱਡੇ ਸਰੀਰ ਦੇ ਸੁੱਖ ਤੇ ਰੁਲੇ, ਕੋਈ ਸੁਖੇਰਾ ਉਪਚਾਰ ਟੋਲਦੇ ਹਾਂ, ਉਸ ਰਸਤੇ ਦੀ ਭਾਲ ਕਰਦੇ ਆਏ ਹਾਂ। ਗੁਰੂ ਜੀ ਸ਼ਾਬਾਸ਼, ਸੱਚ ਆਖ ਦਿੱਤਾ ਨੇ। ਘਰ-ਬਾਰ ਛੱਡ, ਸਭ ਕਿਸੇ ਦਾ ਬਣੀ ਜਾ, ਬਸਣਾ ਔਖਾ। ਚਾਹੋ ਹੋ ਜਾਂਦੀ ਹੈ ਦੁਨੀਆ ਦੀਆਂ ਜ਼ਿੰਮੇਵਾਰੀਆਂ ਤੋਂ ਖੁਲਾਸੀ, ਨੌਲੀ ਬਸਤੀ ਆਦ ਹੱਠ, ਯੋਗ ਦੀਆਂ ਕਿਰਿਆ ਸਾਧਨੀਆਂ ਕਠਨ। ਚਾਹੋ ਉਮਰ ਲਮੇਰੀ, ਘਰ-ਬਾਰ ਛੱਡ, ਕਾਸ਼ੀ ਜਾਂ ਵਰੇ ਲਾਉਣੇ, ਵਿਦਿਆ ਵਿਗਿਆਨ ਉੱਤੇ ਮੁਸ਼ਕਲ, ਫਲ ਪੰਡਤਾਈ, ਕਰਮ ਉਖੇਰੇ ਤੇ ਫਲ ਇੱਥੇ, ਉੱਥੇ ਦੇ ਭੋਗ ਤੇ ਫੇਰ ਜਨਮ। ਦੀਪਾ, ਕੋਈ ਪਾਤਸ਼ਾਹ ਸੌਖੀ ਡੌਲ ਬਣਾ ਦਿਓ, ਆਪ ਦਾ ਘਰ ਵਡੇਰਾ ਹੈ ਸਭਨਾਂ ਤੋਂ। ਗੁਰੂ ਜੀ, ਗੁਰੂ ਨਾਨਕ ਦਾ ਘਰ ਸਭ ਤੋਂ ਵੱਡਾ ਹੈ, ਜਿਨ੍ਹਾਂ ਸੌਖੇ ਕਰ ਦਿੱਤੇ ਹਨ ਸਾਰੇ ਔਖ। ਗੁਰੂ ਬਾਬੇ ਨੇ ਭਾਈ ਭਗਤੀ ਸਿਖਾਈ ਹੈ ਕਰਤਾਰ ਦੀ, ਭਗਤੀ ਵਿੱਚ ਵੈਰਾਗ ਜੋ ਗਿਆਨ ਵੀ, ਜਿਨ੍ਹਾਂ ਦੇ ਨਾਂ ਤੁਸਾਂ ਲਏ ਹਨ, ਸੌਖੇ ਹੋ ਕੇ ਆਪ ਆ ਜਾਂਦੇ ਹਨ ਸਿੱਧੇ ਹੱਥੀਂ। ਦੀਪਾ, ਸਾਨੂੰ ਜਾਚ ਕੋਈ ਨਹੀਂ ਵਿਹਾਰਾਂ ਕੁੱਠਿਆਂ ਨੂੰ, ਪਰ ਲੋੜਕੂਆਂ ਨੂੰ ਕਿਵੇਂ ਰਾਹ ਪਾ ਦਿਓ ਦਾਤਾ। ਗੁਰੂ ਜੀ, ਦੱਸੋ ਖਾਂ, ਇਸ ਦਿਸਦੇ ਵਸਦੇ ਜਗਤ ਦਾ ਕਰਤਾ ਕਾਦਰ ਮਾਲਕ ਮੰਨਦੇ ਹੋ ਕੇ ਕੋਈ ਹੈ? ਚੇਤਨਤਾ ਦਾ ਸੁਆਮੀ, ਅਣਦਿਸਦਾ ਪਰ ਸਾਰੇ ਵਸਦਾ। ਤ੍ਰੈ, ਜੀ ਹਾਂ, ਪਰਮੇਸ਼ਰ ਤਾਂ ਹੋਇਆ ਸਾਰੇ ਖੇਲ ਪਸਾਰੇ ਵਾਲਾ, ਇਹ ਨਿਸ਼ਚਾ ਸਾਨੂੰ ਪੱਕਾ ਹੈ। ਗੁਰੂ ਜੀ, ਫਿਰ ਉਸ ਨੂੰ ਪਿਆਰ ਕਰੋ, ਇਹੋ ਹੈ ਭਗਤੀ, ਇਹੋ ਹੈ ਰਾਹ, ਇਹੋ ਹੈ ਸੁਖੱਲਾ ਰਾਹ। ਦੀਪਾ, ਕਿਵੇਂ ਜੀਓ? ਗੁਰੂ ਜੀ, ਜਿਵੇਂ ਕਰਦੇ ਹੋ ਪਿਆਰ ਪਤਨੀ ਨੂੰ, ਪੁੱਤਰਾਂ ਨੂੰ, ਪਦਾਰਥਾਂ ਨੂੰ, ਆਪਣੀ ਪਤ ਤੇ ਆਬਰੋ ਨੂੰ, ਬੈਠੇ ਰਹੋ ਦੁਕਾਨਾਂ ਤੇ ਕਿ ਨੌਕਰੀ ਕਰੋ ਮੁਨਸ਼ੀਖਾਨਿਆਂ ਵਿੱਚ, ਕਿ ਟਿਕੇ ਰਹੋ ਘਰਾਂ ਮਹੱਲਾਂ ਵਿੱਚ, ਕਿ ਵਿਚਰਦੇ ਰਹੋ ਬਾਗਾਂ ਵਿੱਚ, ਕਿ ਨਹਿਰਾਂ ਨਦੀਆਂ ਦੇ ਕਿਨਾਰੇ, ਪਰ ਪਿਆਰ ਵਿੱਚ ਰਹੋ ਸ੍ਰੀ ਪਰਮੇਸ਼ਰ ਜੀ ਦੇ। ਦੀਪਾ ਜੀਓ, ਅਣਦਿਸ ਦੇ ਨਾਲ ਕਿਵੇਂ ਪਵੇ ਪਿਆਰ? ਗੁਰੂ ਜੀ, ਜ਼ਰਾ ਸੋਚੋ। ਇਸ ਵੇਲੇ ਪੁੱਤ ਪਤਨੀ ਪਦਾਰਥ ਵਸ ਰਹੇ ਹਨ ਤੁਸਾਂ ਦੇ ਚੇਤਿਆਂ ਵਿੱਚ, ਪਰ ਨਹੀਂ ਵਸ ਰਿਹਾ ਰਚਨਹਾਰ ਪਰਮੇਸ਼ਰ। ਪੁੱਤਰ ਪਤਨੀ ਪਦਾਰਥ ਪਾਸ ਨਹੀਂ ਹਨ ਤੁਹਾਡੇ ਇਸ ਵੇਲੇ, ਪਰ ਉਹਨਾਂ ਦੀ ਹੋਂਦ ਵਸ ਰਹੀ ਹੈ ਅੰਦਰ। ਤਿਵੇਂ ਵਸਾ ਲਓ ਚੇਤੇ ਵਿੱਚ ਉਸ ਦੀ ਹੋਂਦ। ਹਾਂ ਹੋਂਦ ਭਾਈ, ਕਿ ਉਹ ਹੈ ਜਿਵੇਂ ਹਨ ਕਿਧਰੇ ਬੈਠੇ ਪੁੱਤਰ ਪਤਨੀ ਆਦਿ ਪਿਆਰੇ, ਤੇ ਉਹਨਾਂ ਦੀ ਹੋਂਦ ਵਸ ਰਹੀ ਹੈ ਤੁਹਾਡੇ ਅੰਦਰ। ਨਾਰਾਇਣ ਦਾਸ, ਚਿੱਤ ਚੰਚਲ ਵਿੱਚ ਕਿਵੇਂ ਬੈਠ ਜਾਏ ਉਸ ਦੀ ਹੋਂਦ, ਜੋ ਨਾ ਦੇਖਿਆ ਤੇ ਨਾ ਚਾਖਿਆ ਜੀਓ ਜੀ। ਗੁਰੂ ਜੀ, ਜਿਵੇਂ ਨੈਣਹੀਣ ਬਿਨ ਦੇਖੇ ਵਸਾ ਲੈਂਦਾ ਹੈ ਅੰਦਰ ਅਣਦੇਖੇ ਜੀਵਾਂ ਥਾਵਾਂ ਤੇ ਪਦਾਰਥਾਂ ਦੀ ਹੋਂਦ, ਸੂਰਤ ਮੂਰਤ ਜੇ ਨਹੀਂ ਬਣ ਸਕਦਾ ਅੰਦਰ, ਤਾਂ ਉਹਨਾਂ ਦੀ ਹੋਂਦ ਵਸਾ ਲੈਂਦਾ ਹੈ ਅੰਦਰ। ਇਸ ਨਾਲ ਇਉਂ ਵੀ ਕਰੋ ਸੋਹਣਿਓ ਕਿ ਰਸਨਾ ਤੇ ਬਿਠਾ ਲਓ ਨਾਮ ਉਸਦਾ। ਉਹ ਨਾਮ ਰਸਨਾ ਤੇ ਟਿਕਦਾ ਮਨ ਵਿੱਚ ਉਤਰ ਜਾਏਗਾ, ਸਿਮਰਨ ਬਣ ਜਾਏਗਾ ਚਿੱਤ ਵਿੱਚ ਜਾ ਕੇ। ਇਉਂ ਭਾਈ ਚਿੱਤ ਬਿਰਤੀ ਵਿੱਚ ਅਰੂੜ ਹੋ ਜਾਏਗਾ ਚੇਤਨ ਨਾਮੀ ਨਾਮ ਦੇ ਵਸੀਲੇ। ਜਿਉਂ ਜਿਉਂ ਮਨ ਰਚੇਗਾ ਪ੍ਰਮਾਤਮ ਯਾਦ ਵਿੱਚ, ਖਿੱਚ ਘਟੇਗੀ ਤਿਉਂ ਤਿਉਂ ਪੁੱਤਰ ਪਤਨੀ ਪਦਾਰਥਾਂ ਵਿੱਚ ਬੇਮਲੂਮੇ। ਇਉਂ ਸਮਝੋ ਕਿ ਜਿਉਂ ਜਿਉਂ ਰਾਗ ਪ੍ਰੇਮ ਵਧੇਗਾ ਪ੍ਰਮਾਤਮਾ ਨਾਲ, ਬੇਮਲੂਮੇ ਵੈਰਾਗ ਵਧੇਗਾ ਜਗਤ ਨਾਲ। ਜਿਉਂ ਜਿਉਂ ਰਾਗ ਪ੍ਰੇਮ ਵਧੇਗਾ ਪ੍ਰਮਾਤਮਾ ਨਾਲ, ਬੇਮਲੂਮੇ ਵੈਰਾਗ ਵਧੇਗਾ ਜਗਤ ਨਾਲ।
ਜਿਵੇਂ ਜਲ ਵਿੱਚ ਖੜੋ, ਜਲ ਵਿੱਚ ਪਲ ਰਹੇ, ਕਮਲ ਵਿੱਚ ਜਲ ਤੋਂ ਨਿਰਲੇਪਤਾ ਹੁੰਦੀ ਹੈ, ਉਹ ਤਾਂਘ ਉਸ ਦੀ ਵੱਧਦੀ ਹੈ ਸੂਰਜ ਵੱਲ ਨੂੰ। ਜੰਗਲੀ ਭੱਜੇ ਜਾਣ ਬਿਨਾ ਵੈਰਾਗ ਹੋ ਜਾਵੇਗਾ, ਸਹਿਜ ਭਾਵ ਵਿੱਚ ਸੁਖਦਾਈ ਵੈਰਾਗ, ਤੋੜਾ ਖੋਹੀ ਵਾਲਾ ਨਾ। ਇਉਂ ਭਾਈ ਗੁਰੂ ਨਾਨਕ ਦੇਵ ਜੀ ਦੀ ਦੱਸੀ ਭਗਤੀ ਦੇ ਰਾਹ ਦਾ ਸੁਖੈਨ ਹੈ ਵੈਰਾਗ। ਹੁਣ ਲਓ ਜੋਗ। ਜੋਗ ਨਾਮ ਹੈ ਜੁੜਨ ਦਾ। ਜਦੋਂ ਚਿੱਤ ਪ੍ਰੀਤੀ ਵਿੱਚ ਵਸ ਗਿਆ ਕਰਤਾ ਪੁਰਖ, ਨਾਮ ਅਭਿਆਸ ਨਾਲ ਤਾਂ ਮਨ ਜੁੜ ਗਿਆ ਪਰਮਾਤਮ ਦੇਵ ਨਾਲ, ਜੋਗ ਪ੍ਰਾਪਤ ਹੋ ਗਿਆ। ਆਤਮਾ ਜੋ ਜੁੜ ਗਿਆ ਪਰਮਾਤਮਾ ਨਾਲ, ਕਸ਼ਟ ਜੋਗ ਦੀ ਲੋੜ ਨਾ ਰਹੀ। ਹੁਣ ਰਿਹਾ ਗਿਆਨ। ਜਦੋਂ ਆਪਾ ਜੁੜੇਗਾ ਅੰਦਰ ਨਾਮੀ ਵਿੱਚ, ਅਰਥਾਤ ਪਰਮ ਆਤਮਾ ਵਿੱਚ, ਦੋਏ ਮਿਲ ਜਾਣਗੇ ਹਜ਼ੂਰੀ, ਜੋ ਭਾਸਣ ਲੱਗ ਜਾਏਗੀ ਉਸ ਮਾਲਕ ਪਾਰਕ ਦੀ। ਹਜ਼ੂਰੀ ਵਿੱਚ ਉਸ ਹਾਜ਼ਰਾ ਹਜ਼ੂਰ ਨਾਲ ਜੁੜੇ ਰਹਾਂਗੇ। ਉਸੇ ਵੇਲੇ ਆਪੇ ਸੋਝੀ ਹੋ ਆਵੇਗੀ ਕਿ ਜੁੜੇ ਰਹੇ ਹਾਂ ਪਰਮ ਆਪੇ ਨਾਲ। ਇਹੋ ਸੋਝੀ ਤੇ ਲੀਨ ਹੋਣਾ ਹੀ ਤਾਂ ਹੋਇਆ ਗਿਆਨ। ਇਹੋ ਸੋਝੀ ਤੇ ਲੀਨ ਹੋਣਾ ਹੀ ਤਾਂ ਹੋਇਆ ਗਿਆਨ। ਜਦੋਂ ਨਦੀ ਸਮੁੰਦਰ ਵਿੱਚ ਆ ਮਿਲਦੀ ਹੈ ਤਾਂ ਉਸ ਵਿੱਚ ਲੀਨ ਹੋ ਜਾਂਦੀ ਹੈ। ਸਾਂਝੀਵਾਲ ਸਾਗਰ ਦੀ ਵਿਸ਼ਾਲਤਾ ਦੀ, ਉਸ ਦੀ ਨਿਰਮਲਤਾ ਦੀ, ਉਸ ਦੀ ਸ਼ਕਤੀਮਾਨਤਾ ਦੀ, ਉਸ ਦੇ ਵਜੂਦ ਦੀ। ਇਹੋ ਹੈ ਅਸਲੀ ਤੇ ਸਫਲ ਗਿਆਨ, ਜੋ ਪ੍ਰੇਮ ਭਗਤੀ ਨਾਲ ਸੁਖੈਨ ਪ੍ਰਾਪਤ ਹੋ ਗਿਆ। ਮਿਲ ਪਏ ਨੇ ਪ੍ਰੇਮ ਨਾਲ ਮਿਲੇ ਹੋਣ ਕਰਕੇ, ਫੇਰ ਨਾ ਵਿਛੜੇ, ਪ੍ਰੇਮ ਸਰੂਪ ਰਹੇ। ਹੁਣ ਸਮਝ ਲਓ ਕਿ ਭਗਤੀ ਵਿੱਚ ਤ੍ਰੈ ਸਾਧਨ ਤੇ ਸਿੱਧੀ, ਗਿਆਨ, ਜੋਗ, ਵੈਰਾਗ ਆਪੇ ਪਏ ਵਰਤਦੇ ਹਨ। ਬਿਨਾਂ ਨਾਮ ਧਰੇ ਦੇ ਤੇ ਸੁਖੈਨ ਪਏ ਵਰਤਦੇ ਹਨ। ਚਾਹੇ ਵਰਤ ਰਹੇ ਲਿਖਾਉਂਦੇ ਨਹੀਂ, ਪਰ ਪਹੁੰਚਾ ਦਿੰਦੇ ਹਨ ਉੱਚੀ ਅਵਸਥਾ ਵਿੱਚ। ਸਗੋਂ ਭਗਤੀ ਦਾ ਤਰੀਕਾ ਹੈ ਸਿੱਧਾ ਤੇ ਸੌਖਾ। ਆਪ ਘਰਾਂ ਵਿੱਚ ਵਸੋ, ਕਿਰਤ ਕਮਾਈ ਕਰੋ ਤੇ ਜਨਮ ਵੀ ਜਿੱਤ ਲਓ। ਬੂੜਾ। ਠੰਡ ਪਾ ਦਿੱਤੀ ਨੇ ਮਨ ਨੂੰ, ਚਾਨਣ ਲਾ ਦਿੱਤਾ ਨੇ ਨੈਣਾਂ ਨੂੰ, ਰਾਹੇ ਪਾ ਦਿੱਤਾ ਨੇ ਟੁਰਨ ਵਾਰੀਆਂ ਨੂੰ। ਸ਼ੁਕਰ ਹੈ ਤਦੇ ਗੁਰੂ ਨਾਨਕ ਦਾ ਘਰ ਵੱਡਾ ਸਦੀਣ ਲੱਗ ਪਿਆ ਹੈ। ਬੇਅਦਬੀ ਨਾ ਹੋਵੇ ਤਾਂ ਦਾਤਾ ਜੀ ਇੱਕ ਅਰਜ਼ ਕਰਾਂ। ਗੁਰੂ ਜੀ, ਖੁਸ਼ੀ ਨਾਲ ਆਖੋ ਜੋ ਆਖਣ ਨੂੰ ਚਿੱਤ ਕਰੇ। ਸਮਝੇ ਪਿਆ ਬਿਨ ਸੰਸੇ ਨਿਵਰਤ ਹੋਏ ਬਿਨ, ਭਤੀਜਣਾ ਕੰਮ ਠੀਕ ਨਹੀਂ ਕਰਦੀ। ਠੀਕ ਠੀਕ। ਬੂੜਾ। ਸ੍ਰੀ ਗੁਰੂ ਜੀ, ਤਪਾ ਆਇਆ ਸੀ ਇੱਕ ਸਾਡੇ ਪਿੰਡ। ਉਸ ਨੇ ਕੁਛ ਜੋਗ ਤੇ ਹੋਰ ਸਾਧਨ ਦੀਆਂ ਕੀਤੀਆਂ ਗੱਲਾਂ ਤੇ ਫਿਰ ਆਖਣ ਲੱਗਾ ਕਿ ਪਰਮਾਰਥ ਵਿੱਚ ਲੱਗ ਕੇ ਥੋੜੇ ਲੋਕ ਸਿਰੇ ਚੜ੍ਹਦੇ ਹਨ। ਇਸ ਰਾਹ ਵਿੱਚ ਵਿਘਨ ਬੜੇ ਪੈਂਦੇ ਹਨ। ਸ੍ਰੀ ਗੁਰੂ ਜੀ, ਸੱਚ ਕਿਹਾ ਨੇ ਉਸਨੇ। ਵਿਘਨਾਂ ਦੇ ਕਾਰਨ ਹੀ ਉਹ ਬਨਾਂ ਨੂੰ ਭਜਦੇ ਤੇ ਸਾਕ ਨਾਤੇ ਤੋੜ ਸੁੱਟਦੇ ਹਨ, ਪਰ ਕੀਤੇ ਕਰਮ ਉਹਨਾਂ ਦੇ ਨਾਲ ਹੁੰਦੇ ਹਨ। ਫਿਰ ਸੁਭਾਵ ਵਿੱਚ ਬੈਠ ਕੇ ਸੰਸਕਾਰ ਵਿਘਨ ਪਾਉਂਦੇ ਹਨ। ਸਰੀਰ ਵਿੱਚ ਗੁਣਾਂ ਦਾ ਵਿਰੋਧ, ਤੱਤਾਂ ਦੇ ਵਟਾਓ ਸਟਾਓ, ਰੋਗਤਾ ਅਰੋਗਤਾ, ਬਾਹਰੋਂ ਕੁਸੰਗ ਦੇ ਅਸਰ ਆਦਿਕ ਕਈ ਕਾਰਨ ਹੋਰ ਵੀ ਹਨ ਜੋ ਵਿਘਨਾਂ ਦੇ ਜਨਕ ਹਨ। ਕੋਈ ਕੀ ਕਹੇ। ਕੁਦਰਤ ਦੇ ਕੋਈ ਸਮਾਨ ਹਨ ਜੋ ਵਿਘਨਾਂ ਦੇ ਸਹਾਈ ਹਨ। ਜਿਵੇਂ ਯਤਨ ਨਾਲ ਲਾਲ ਗਰਮ ਕੀਤਾ ਲੋਹੇ ਦਾ ਗੋਲਾ ਖੁੱਲ੍ਹਾ ਰੱਖਿਆ ਗਰਮ ਨਹੀਂ ਰਹਿੰਦਾ, ਇਸ ਦੀ ਨਿੱਘ ਨੂੰ ਹਵਾ ਮਾਨੋ ਚੁਰਾਈ ਲਈ ਜਾਂਦੀ ਹੈ। ਦੀਪਾ ਲੰਮਾ ਸਾਹ ਲੈ ਕੇ ਫਿਰ ਪਾਤਸ਼ਾਹ, ਕੋਈ ਉਪਰਾਲਾ ਵਿਘਨ ਵਿਨਾਸ਼ ਦਾ। ਗੁਰੂ ਜੀ, ਜਿਵੇਂ ਲੋਹਾ ਅੱਗ ਦਾ ਸੰਗ ਨਾ ਛੱਡੇ ਤਾਂ ਲਾਲ। ਜਿਵੇਂ ਲੋਹਾ ਅੱਗ ਦਾ ਸੰਗ ਨਾ ਛੱਡੇ ਤਾਂ ਲਾਲ, ਤਿਵੇਂ ਅਭਿਆਸੀ ਸਤਸੰਗ ਦਾ ਸੰਗ ਨਾ ਛੱਡੇ, ਬਨਾਂ ਨੂੰ ਨਾ ਦੱਸੇ, ਸਤਸੰਗ ਦੀ ਮੁਹਾਠ ਨਾ ਛੱਡੇ। ਦੂਜਾ ਦਾਰੂ। ਇਸ ਭਗਤੀ ਵਿੱਚ
ਜਿਸ ਨੂੰ ਅਸੀਂ ਵਿਸਮਾਦ ਵਾਲੀ ਭਗਤੀ ਆਖਦੇ ਹਾਂ, ਸੁਤੇ ਹੀ ਹੈ। ਇਉਂ ਕਿ ਭਗਤ ਵਾਹਿਗੁਰੂ ਦੇ ਆਸਰੇ ਪਰਨੇ ਹੋ ਜਾਂਦਾ ਹੈ। ਵਾਹਿਗੁਰੂ ਉਸ ਦੇ ਵਿਘਨਾਂ ਨੂੰ ਨਾਸ਼ ਕਰਦਾ ਹੈ। ਜਿਵੇਂ ਤੁਹਾਡੀ ਇਸਤਰੀ ਤੁਹਾਡੇ ਪਰਨੇ ਹੋ ਗਈ, ਹੁਣ ਤੁਸੀਂ ਉਸ ਦੇ ਦੁੱਖ ਕਲੇਸ਼ਾਂ ਦੇ ਨਿਵਾਰਕ ਆਪੇ ਹੋ ਗਏ, ਤਿਵੇਂ ਕਰਤਾ ਪੁਰਖ ਦੇ ਆਸਰੇ ਪਰਨੇ ਹੋ ਗਿਆ। ਉਸ ਦੀ ਮਿਹਰ, ਉਸ ਦੀ ਅਨੁਗ੍ਰਹਿ ਸਾਡੀ ਰਾਖੀ ਕਰਦੀ ਹੈ। ਵਿਘਨ ਇਉਂ ਪਰੇ ਰਹਿੰਦੇ ਹਨ, ਪੈਂਦੇ ਹਨ ਤਾਂ ਨਿਵਰ ਜਾਂਦੇ ਹਨ। ਇਸ ਕਰਕੇ ਪ੍ਰੇਮਾ ਭਗਤੀ ਦਾ ਰਸਤਾ, ਨਾਮ ਦਾ ਅਭਿਆਸ ਨਿਰਵਿਘਨ ਰਸਤਾ ਸਮਝੀਦਾ ਹੈ। ਪਰਮੇਸ਼ਰ ਭਗਤ ਵਸ਼ਲ ਹੈ, ਭਗਤਾਂ ਨੂੰ ਪਿਆਰ ਕਰਦਾ ਹੈ, ਭਗਤ ਉਸ ਨੂੰ ਪਿਆਰ ਕਰਦੇ ਹਨ। ਪਿਆਰ ਪਿਆਰ ਨੂੰ ਖਿੱਚਦਾ ਹੈ। ਤੁਸੀਂ ਰੱਬ ਜੀ ਨੂੰ ਪਿਆਰ ਨਾਲ ਯਾਦ ਕਰੋ। ਰੱਬ ਜੀ ਦੀ ਪਿਆਰ ਯਾਦ ਵਿੱਚ ਤੁਸੀਂ ਆ ਜਾਓਗੇ ਉਸ ਸਰਵਗ ਤੇ ਪ੍ਰਿਆ ਸਰੂਪ ਜੂ ਹੋਇਆ। ਬੂੜਾ ਲੰਮਾ ਸਾਹ ਲੈ ਕੇ ਕਿਹਾ ਨਿਸ਼ਚੇ ਦੇ ਘਰ ਪਹੁੰਚਾਇਆ ਨੇ। ਸਦਕੇ ਜਾਵਾਂ ਦਾਤਾ ਜੀ, ਫੇਰ ਨਹੀਂ ਨਾ ਚੱਲੇਗਾ ਮਾਇਆ ਦਾ ਵਸ ਵਿਘਨ ਪਾਉਣ ਦਾ। ਗੁਰੂ ਜੀ ਹੱਸ ਪਏ ਤੇ ਬੋਲੇ, ਲਓ ਬਈ, ਹੁਣ ਸੁਣੋ ਤੇ ਸਮਝੋ। ਇਹੋ ਗੱਲ ਇੱਕ ਬਿਲਾਸ ਨਾਲ। ਵਾਹਿਗੁਰੂ ਜੀ ਲਿੰਗ ਭੇਦ ਨਹੀਂ, ਪਰ ਬੋਲਣ ਵਿੱਚ ਉਹਨਾਂ ਨੂੰ ਪੁਲਿੰਗ ਕਰਕੇ ਬੋਲੀਦਾ ਹੈ। ਸਮਝਦੇ ਹੋ ਕਿ ਅਕਾਲ ਪੁਰਖ ਨੂੰ ਬੋਲਣ ਵਿੱਚ ਮਰਦ ਕਰਕੇ ਬੋਲੀਦਾ ਹੈ। ਇਸੇ ਤਰ੍ਹਾਂ ਮਾਇਆ ਨੂੰ ਇਸਤਰੀ ਲਿੰਗ ਕਰਕੇ ਬੋਲੀਦਾ ਹੈ। ਇਸੇ ਤਰ੍ਹਾਂ ਵੈਰਾਗ, ਯੋਗ, ਗਿਆਨ ਨੂੰ ਪੁਲਿੰਗ ਅਰਥਾਤ ਮਰਦ ਕਰਕੇ ਬੋਲੀਦਾ ਹੈ। ਸੋ ਤ੍ਰੈ ਸਮਝੋ ਮਰਦ ਹਨ ਤੇ ਮਾਇਆ ਇਸਤਰੀ ਹੈ। ਇਸਤਰੀ ਮਰਦ ਨੂੰ ਮੋਹ ਸਕਦੀ ਹੈ। ਦੋਹਾਂ ਵਿੱਚ ਕੁਦਰਤੀ ਖਿੱਚ ਜੋ ਹੋਈ। ਸੋ ਮਾਇਆ ਵੈਰਾਗ, ਯੋਗ, ਗਿਆਨ ਤ੍ਰੈਆਂ ਨੂੰ ਮੋਹ ਸਕਦੀ ਤੇ ਮੋਹ ਲੈਂਦੀ ਹੈ। ਜੈਸਾ ਕਿ ਕਈ ਕਥਾਵਾਂ ਵੈਰਾਗੀਆਂ, ਜੋਗੀਆਂ, ਤਪੀਆਂ, ਗਿਆਨੀਆਂ ਦੀਆਂ ਹਨ, ਪਰ ਇਸਤਰੀ ਨੂੰ ਇਸਤਰੀ ਵਿੱਚ ਸੁਤੇ ਖਿੱਚ ਨਹੀਂ ਹੁੰਦੀ। ਸੋ ਇਸਤਰੀ ਨੂੰ ਮੋਹ ਨਹੀਂ ਸਕਦੀ। ਇੱਧਰ ਭਗਤੀ ਇਸਤਰੀ ਹੈ, ਇਸ ਇਸਤਰੀ ਨੂੰ ਮਾਇਆ ਇਸਤਰੀ ਨਹੀਂ ਮੋਹ ਸਕਦੀ। ਤਾਂ ਤੇ ਭਗਤੀ ਦਾ ਮਾਰਗ ਨਿਰਵਿਘਨ ਕਹੀਦਾ ਹੈ। ਇਹ ਆਖ ਕੇ ਆਪ ਨਿੱਕੀ ਜਿਹੀ ਤਾੜੀ ਮਾਰ ਕੇ ਹੱਸ ਪਏ। ਕਿਉਂ ਬਈ ਹੋਈ ਨਿਸ਼ਾ? ਤ੍ਰੈ ਨਾ ਕੇਵਲ ਮੁਸਕਰਾਏ, ਵਿਸਮਾਦ ਹੋ ਕੇ ਚਰਨਾਂ ਤੇ ਢਹਿ ਪਏ। ਦਾਤਾ ਮਿਹਰ ਕਰੋ, ਹੁਣ ਦਿਓ ਦਾਨ। ਦਾਤਾ ਗੁਰੂ ਨੇ ਨਾਮ ਦਾਨ ਦੇ ਕੇ ਲੜ ਲਾ ਲਿਆ। ਤ੍ਰੈ ਪ੍ਰੇਮੀਆਂ ਦੇ ਨਾਮ ਭਾਈ ਗੁਰਦਾਸ ਨੇ 11ਵੀਂ ਵਾਰ ਵਿੱਚ ਲਿਖੇ ਹਨ। ਕਥਾ ਭਗਤ ਰਤਨਾਵਲੀ ਵਿੱਚ ਆਈ ਹੈ। ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਜੀ ਨੇ ਉਹਨਾਂ ਨੂੰ ਹਦਾਇਤ ਕੀਤੀ ਕਿ ਵਾਹਿਗੁਰੂ ਕੀਜੈ ਨਿਜ ਸੁਆਮੀ, ਸ਼ਕਲ ਸ਼ਕਤ ਜਤ ਅੰਤਰਜਾਮੀ। ਆਪ ਬਨੈ ਦਾਰਾ ਪ੍ਰਭ ਕੇਰੀ, ਪਤ ਵਰਤਾ ਕੀ ਰੀਤ ਬਡੇਰੀ। ਪਤ ਰਜਾਏ ਮਹਿ ਰਾਜੀ ਰਹੈ, ਵਿਛਰੈ ਨਿਤ ਮਿਲਬੈ ਕੋ ਚਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ 51ਵੀਂ। ਖਾਨੂ, ਮਾਹੀਆ ਤੇ ਗੋਬਿੰਦ। ਖਾਨੂ ਤਾਂ ਪਿਤਾ ਸੀ ਤੇ ਮਾਹੀਆ ਉਹਦਾ ਪੁੱਤਰ ਸੀ, ਤੇ ਗੋਬਿੰਦ ਭੰਡਾਰੀ ਖੱਤਰੀ ਸੀ ਤੇ ਮਾਹੀਏ ਦਾ ਮਿੱਤਰ ਸੀ। ਗੋਬਿੰਦ ਬਟਾਲੇ ਦਾ ਰਹਿਣ ਵਾਲਾ ਸਹੀ ਹੁੰਦਾ ਹੈ, ਅਚੱਜ ਨਹੀਂ ਤ੍ਰੈ ਬਟਾਲੇ ਦੇ ਹੋਣ। ਤ੍ਰੈ ਪਰਮਾਰਥ ਦੇ ਖੋਜੀ ਹੈ ਸਨ, ਭਲੇ ਪੁਰਖਾਂ ਦੀ ਖੋਜ ਵਿੱਚ ਰਹਿੰਦੇ ਸਨ। ਮਿਲੇ ਤਾਂ ਸਤਸੰਗ ਕਰਦੇ ਸਨ, ਪਰ ਦਿਲ ਵਿੱਚ ਇੱਕ ਭੁੱਖ ਬਣੀ ਰਹਿੰਦੀ ਸੀ। ਜਸ ਸੁਣ ਕੇ ਤ੍ਰੈ ਰਲ ਕੇ ਖਡੂਰ ਆਏ ਤੇ ਚਰਨ ਸ਼ਰਨ ਪ੍ਰਾਪਤ ਹੋਏ। ਅਰਜ਼ ਕੀਤੀਓ ਪਾਤਸ਼ਾਹ, ਅਨੇਕ ਸਾਧਨ ਤੇ ਅਨੇਕ ਗੁਣ ਸੁਣੇ ਹਨ, ਤੇ ਕੋਈ ਧਾਰੇ ਵੀ ਹਨ, ਪਰ ਕਾਲਜਾ ਠੌਰੇ ਨਹੀਂ। ਕੋਈ ਡੰਝ ਜਿਹੀ ਅੰਦਰ ਰਹਿੰਦੀ ਹੈ। ਕੋਈ ਐਸੀ ਇੱਕੋ ਗੱਲ ਦੱਸੋ ਜੋ ਪੱਲੇ ਬਨੀਵੇ ਤੇ ਮਨ ਠੌਰੇ ਆਵੇ। ਤੇ ਗੁਰੂ ਜੀ ਮੁਸਕਰਾ ਕੇ ਬੋਲੇ, ਤੁਸੀਂ ਤ੍ਰੈ
ਸਭੇ ਗਹਿਣੇ ਭੰਨ ਕੇ ਇੱਕ ਹੱਸ ਕਢਾਇਆ ਲੋੜਦੇ ਹੋ। ਸੋ ਭਾਈ, ਐਸਾ ਗੁਣ ਹੈ ਭਗਤੀ। ਸਮਝਿਆ ਨੇ? ਗੋਬਿੰਦ ਜੀਓ, ਕੁਝ ਖੋਲ ਕੇ ਕਿਰਪਾ ਕਰੋ। ਗੁਰੂ ਜੀ, ਪ੍ਰੇਮ ਹੁੰਦਾ ਹੈ ਦਵੱਲੀ। ਪ੍ਰੀਤਮ ਤੇ ਪ੍ਰੇਮੀ ਦੋਵੇਂ ਪਿਆਰ ਕਰਦੇ ਹਨ ਪਰਸਪਰ। ਪਰ ਜੇ ਪ੍ਰੇਮ ਹੋਵੇ ਇੱਕ ਪਾਸਿਓਂ ਤੇ ਪਤਾ ਨਾ ਹੋਵੇ ਕਿ ਦੂਜੇ ਪਾਸਿਓਂ ਮੋੜਵਾਂ ਪਿਆਰ ਅਜੇ ਹੈ ਕਿ ਨਹੀਂ, ਨਾ ਤਾਂ ਉਹ ਭਗਤੀ ਹੈ। ਹਾਂ, ਉਹ ਭਗਤੀ ਹੈ ਪ੍ਰੇਮੀ ਵੱਲੋਂ, ਚਾਹੋ ਪ੍ਰੀਤਮ ਵੱਲੋਂ ਚੁੱਪ ਵੀ ਪਈ ਸਮਝੇ ਪਵੇ। ਸੋ ਐਸਾ ਪ੍ਰੇਮ ਧਾਰਨ ਕਰੋ ਕਿ ਭਗਤੀ ਭਾਵ ਵਾਲਾ ਹੋਵੇ। ਉਸ ਭਗਤੀ ਪ੍ਰੇਮ ਵਿੱਚ ਸਾਰੇ ਗੁਣ ਆਪੇ ਹੀ ਆ ਜਾਂਦੇ ਹਨ। ਹੈਰਾਨ ਹੋ ਕੇ ਮਾਹੀਏ ਨੇ ਅਰਜ਼ ਕੀਤੀ, ਸਤਿਗੁਰ ਜੀਓ, ਜੇ ਰਤਾ ਵੇਰਵਾ ਖੋਲ ਦਿਓ ਤਾਂ ਮੂਰਖ ਮਤ ਸਾਡੀ ਕੁਝ ਸਿਆਣ ਦੇ ਘਰ ਆ ਜਾਵੇ। ਗੁਰੂ ਜੀ, ਭਾਈ, ਪਹਿਲਾਂ ਇਹ ਧਾਰਨ ਕਰੋ ਕਿ ਪਰਮੇਸ਼ਰ ਪਿਤਾ ਹੈ ਤੇ ਸਾਡੇ ਪਿਆਰ ਦਾ ਨਿਸ਼ਾਨਾ ਹੈ। ਸਾਡੇ ਅੰਦਰ ਅਜੇ ਪਿਆਰ ਨਹੀਂ, ਪਰ ਤਰਵਾ ਇਹ ਬੰਨ੍ਹ ਲੈਣਾ ਹੈ ਤੇ ਮਾਲਕ ਜਾਣ ਕੇ ਭੈ ਮੰਨਣਾ ਹੈ ਉਸ ਦਾ। ਇਉਂ ਖੋਟੇ ਕਰਮ ਸੁਧਰਨਗੇ ਤੇ ਸਾਈਂ ਵੱਲ ਰੁਖ ਵਧੇਗਾ। ਇਸ ਤਰ੍ਹਾਂ ਮੁੱਢ ਬੰਨ੍ਹ ਕੇ ਅੰਦਰ ਅਸਾਂ ਉਸ ਦੀ ਭਗਤੀ ਕਰਨੀ ਹੈ। ਭਗਤੀ ਤ੍ਰੈ ਪ੍ਰਕਾਰ ਦੀ ਹੈ: ਨਵਦਾ ਭਗਤੀ, ਪ੍ਰੇਮਾ ਭਗਤੀ, ਪਰਾ ਭਗਤੀ। ਨਵਦਾ ਭਗਤੀ ਇਉਂ ਵਰਣਨ ਹੁੰਦੀ ਹੈ: ਪ੍ਰਥਮ ਸੁਨਹੁ ਨਵਦਾ ਕੇ ਭੇਦ, ਪ੍ਰਾਪਤ ਪਏ ਬਿਨਾਸਹਿ ਖੇਦ। ਪਹਿਲਾ, ਸ਼ਰਧਾ ਸਹਿਤ ਗੁਰੂ ਕੈ ਬੈਨ, ਸਰਵਣ ਕਰਹਿ ਸਨਮੁਖ ਮਨ ਨੈਨ। ਦੁਤੀਏ ਕਥਾ ਕੀਰਤਨ ਕਰਨੇ, ਨੀਕੇ ਪ੍ਰਭ ਕੇ ਗੁਣ ਗਨ ਬਰਨੇ। ਤ੍ਰਿਤੀਏ ਸਤ ਨਾਮ ਸਿਮਰੰਤੇ, ਬਿਨਾ ਭਜਨ ਨਹਿ ਸਮਾ ਬਿਤੰਤੇ। ਸਵਾਸਨ ਸੰਗ ਸੋ ਨਾਮ ਮਿਲਾਵੈ, ਊਠਤ ਬੈਠਤ ਨਹਿ ਬਿਸਰਾਵੈ। ਚੌਥੇ ਸਤਿਗੁਰ ਕੈ ਭਗਵਾਨ, ਠਨ ਚਰਨ ਕਮਲ ਕੋ ਧਿਆਨ। ਕਹਿ ਸੰਤਨ ਕੇ ਚਰਨ ਪਖਾਰੈ, ਸਰਦਾ ਤੇ ਚਰਨਾਮ੍ਰਿਤ ਧਾਰੈ। ਪੰਚਮ ਕਰਹਿ ਆਹਾਰ ਭਲੇਰੇ, ਪ੍ਰਥਮ ਅਰਪ ਹਰ ਗੁਰੂ ਅਗੇਰੇ। ਜਥਾ ਸ਼ਕਤ ਸੰਤਨ ਅਚਵਾਵੈ, ਵਸਤਰ ਸਰੀਰ ਸਾਧ ਪਹਿਰਾਵੈ। ਖਸ਼ਟਮ ਪ੍ਰਭ ਗੁਰ ਕੈ ਗੁਰਦੁਆਰੈ, ਬੰਧਨ ਕਰੈ ਪਰ ਦਛਨਾ ਧਾਰੈ। ਧੂਪ ਦੀਪ ਚੰਦਨ ਚਰਚਾਵੈ, ਫੂਲਨ ਆਨ ਸੁਗੰਧ ਚੜਾਵੈ। ਸਪਤਮ ਦਾਸ ਆਪ ਕੋ ਜਾਨੈ, ਪਰਮੇਸ਼ਵਰ ਸੁਆਮੀ ਪਹਿਚਾਨੈ। ਤਨ ਮਨ ਧਨ ਜਾਨੈ ਪ੍ਰਭ ਦਾਨ, ਸਤੀ ਨਾਰ ਸਮਪਤ ਭਗਵਾਨ। ਅਸ਼ਟਮ ਮਿਤਰ ਲਖੈ ਸਿਰੀ ਪਤ ਕੋ, ਨਹੀਂ ਡੁਲਾਵੈ ਆਪਣੇ ਚਿਤ ਕੋ। ਜੋ ਕਛ ਕਰਹਿ ਭਲੀ ਮਮ ਜਾਨੈ, ਨਹੀਂ ਤਰਕ ਨਾ ਤਿਸ ਪਰ ਠਾਨੈ। ਜਥਾ ਸਖਾ ਕੀ ਕ੍ਰਿਤ ਲਖੰਤਾ, ਕਰੇ ਜੋ ਕੁਛ ਮਮ ਭਲਾ ਕਰੰਤਾ। ਤਿਮ ਪ੍ਰਭ ਮਿੱਤਰ ਕਿਰਤ ਕੋ ਹੇਰੈ, ਜੋ ਕਿਛ ਕਰੈ ਭਲੀ ਸੋ ਮੇਰੈ। ਨੌਮੀ ਤਨ ਧਨ ਪ੍ਰਭ ਅਰਪਾਏ, ਆਪਣੋ ਕਛੁ ਨ ਲਖੈ ਕਦਾਏ। ਮਮਤਾ ਤਜੈ ਪਦਾਰਥ ਕੇਰੀ, ਹਰ ਕੇ ਜਾਨ ਨਾ ਸੁਖ ਦੁਖ ਹੇਰੀ। ਨਵਦਾ ਭਗਤ ਕਹੀ ਇਹ ਜੋਏ, ਜੇ ਕਰ ਇੱਕ ਵੀ ਪ੍ਰਾਪਤ ਹੋਏ। ਤੋ ਉਧਾਰ ਜਨ ਕੋ ਕਰ ਦੇਤ, ਕਿਆ ਸੰਸੈ ਹੋਏ ਸਰਬ ਸਮੇਤ। ਦੂਜਾ, ਪ੍ਰੇਮਾ ਭਗਤੀ। ਅਪਰ ਸੁਨਹੁ ਜਸ ਪ੍ਰੇਮਾ ਭਗਤ,
जै सम अपर न सुख दे जगत, तरवर फल पूर्व होए सावा, साध विखै कौरा लख पावा। पुन पीरो तब लहे तुरशाई, बिरछ बीच ते ले रस पाई। पुन पाको होवह रंग लाल, स्वाद पाए सो मधुर विसाल। तिम परमेसर प्रेमी होए, तिनके लक्षण इस बिद जोए। प्रथम रुदन करत चित चाहै, प्रीतम दर्शन तत उमाहै। बिछरे हम जाते दुख पावै, दीर्घ श्वासन ले पछुतावै। रोमांचित होए गद गद बानी, कब गुण गाए सो तुशन ठानी। तब मुख को सावा होए रंग, सूद भूलह सब आदक अंग। ज्यों ज्यों वधै प्रेम बडेरा, त्यों त्यों होत आहार छुटेरा। भूख प्यास की गम होए थोरी, निस दिन रहो प्रेम मत बोरी। बृहते वधै विखाद अधीरा, बृहते वधै विखाद अधीरा। बदन बरन होए आवत पीरा, प्यारे कीजे बात बतावै। अस संतन कै निकट सदावै, सुन पिख कै प्रै मिलन निशानी। निकट जान होए प्रीत महानी, संत संग जब वध्यो वधेरा। पूर्ण प्रभु सर्ब मैं हेरा, तब मुख लाल रंग दृष्टावै। तृप्त होए मन कितहु न तावै, शांत मधुरता तब होए आई। अंतर वृत्ति स्थिरता पाई। चौथा, दृढ़ अभ्यास ज्ञान मन लावै। परा भगत उत्पत होए आवे। दृढ़ अभ्यास ज्ञान मन लावै, परा भगत उत्पत होए आवै। अपन स्वरूप निहारन चाहा, ईश्वर जीव अभेद उपाहा। सत चेतन आनंद ब्रह्म रूप, नभ सम व्याप्यो चलत अनूप। सूरज प्रकाश रास दूजी अंशु 40। ਇਹ ਤਾਂ ਵੰਡ ਦੱਸੀ ਹੈ, ਪਰ ਜੇ ਇਹਨਾਂ ਵੇਰਵਿਆਂ ਵਿੱਚ ਨਾ ਪਾਓ ਤਾਂ ਵਾਹਿਗੁਰੂ ਪ੍ਰਾਪਤੀ ਦਾ ਪ੍ਰੇਮ ਮਾਰਗ ਤੇ ਉਸ ਰਸਤੇ ਪ੍ਰਾਪਤੀ ਦਾ ਸਿੱਧਾ ਤਰੀਕਾ ਇਉਂ ਸਮਝੇ ਪੈ ਜਾਏਗਾ। ਪਹਿਲੋਂ ਮੰਨ ਕਿ ਪਰਮਾਤਮ ਦੇਵ ਕਰਤਾ ਪੁਰਖ ਹੈ ਤੇ ਸਾਰੇ ਵਿਆਪਕ ਪਰਿਪੂਰਨ ਹੈ। ਦੀਦਾ ਤਾਂ ਨਹੀਂ ਪਰ ਹੈ। ਉਸ ਨੂੰ ਫਿਰ ਪਿਆਰ ਕਰਨਾ ਹੈ। ਸੋ ਪਹਿਲਾ ਪਿਆਰ ਹੈ ਉਸ ਦਾ ਭੈ ਮੰਨਣਾ। ਹਰ ਵੇਲੇ ਜੋ ਅੰਗ ਸੰਗ ਹੋਇਆ ਤੇ ਹੋਇਆ ਸ਼ੁੱਧੀ ਨੇਕੀ ਉਸ ਨੂੰ ਬਦੀ ਨਹੀਂ ਨਾ ਪਾਉਂਦੀ। ਸੋ ਜਿਸ ਨੂੰ ਅਸਾਂ ਰਿਝਾਵਣਾ ਹੈ ਉਹ ਨੇਕੀ ਹੈ, ਕੁੱਲ ਨੇਕੀ, ਸੁਧੀ ਨੇਕੀ। ਤਾਂ ਅਸੀਂ ਨੇਕ ਬਣੀਏ ਜੋ ਸਾਡਾ ਪ੍ਰੀਤਮ ਖੁਸ਼ ਹੋਵੇ ਸਾਡੇ ਤੇ ਇਉਂ ਨਿਰਮਲ ਜਿਹਾ ਭਾਉ ਪਵੇਗਾ ਸਾਡੇ ਮਨ ਵਿੱਚ ਉਸ ਪਿਆਰੇ ਦਾ, ਤੇ ਸਾਡੇ ਕਰਮ ਸੁਧਰਨਗੇ। ਜਿਉਂ-ਜਿਉਂ ਮਨ ਨਿਰਮਲ ਹੋਵੇਗਾ ਤਿਉਂ-ਤਿਉਂ ਮਨ ਸਾਈਂ ਦੇ ਨੇੜੇ ਵੀ ਖੁਸ਼ ਹੋ ਆਵੇਗਾ। ਭੈ ਰੱਖੀਏ ਜਿਵੇਂ ਮਾਲਕ ਦਾ ਰੱਖੀਦਾ ਹੈ। ਉਹ ਦੇਖਦਾ ਹੈ, ਨੇਕੀ ਪਸੰਦ ਕਰਦਾ ਹੈ। ਉਸ ਦੀ ਪਸੰਦੀ ਵਾਲੇ ਕੰਮ ਕਰੀਏ। ਉਸ ਨੂੰ ਆਪਣੇ ਨੇੜ ਪ੍ਰਤੀਤ ਕਰਨ ਦਾ ਯਤਨ ਹੋਰ ਵਧਾਈਏ। ਉਹ ਵੱਧਦਾ ਹੈ ਉਸ ਦਾ ਨਾਮ ਜਪਣ ਤੇ ਸਿਮਰਨ ਨਾਲ। ਨਾਮ ਦਾ ਸਿਮਰਨ ਜੋ ਉਸ ਵੱਲ ਧਿਆਨ ਲਗਾ ਕੇ ਕਰੀਦਾ ਹੈ, ਉਸ ਦੀ ਹਜ਼ੂਰੀ ਵਿੱਚ ਰੱਖਦਾ ਹੈ। ਵੱਧਦਾ ਹੈ ਉਸ ਦਾ ਨਾਮ ਜਪਣ ਤੇ ਸਿਮਰਨ ਨਾਲ। ਨਾਮ ਦਾ ਸਿਮਰਨ ਜੋ ਉਸ ਵੱਲ ਧਿਆਨ ਰੱਖ ਕੇ ਕਰੀਦਾ ਹੈ, ਉਸ ਦੀ ਹਜ਼ੂਰੀ ਵਿੱਚ ਰੱਖਦਾ ਹੈ। ਇਉਂ ਜਦ ਪ੍ਰਤੀਤ ਕਰਨ ਲੱਗ ਪਈਦਾ ਹੈ ਕਿ ਉਸ ਦੀ ਹਜ਼ੂਰੀ ਵਿੱਚ ਹਾਂ, ਤਾਂ ਉਸ ਦੇ ਭਾਉ ਨਾਲ
ਉਸ ਦਾ ਪਿਆਰ ਜੀਅ ਵਿੱਚ ਉਪਜਣ ਲੱਗ ਜਾਂਦਾ ਹੈ। ਜਿਵੇਂ ਖਾਲਕ ਤੋਂ ਤਾਂ ਨਿਰਾ ਡਰੀਦਾ ਹੈ, ਪਰ ਪਿਤਾ ਤੋਂ ਨਾਲੇ ਡਰੀਦਾ ਹੈ ਨਾਲੇ ਪਿਆਰ ਕਰੀਦਾ ਹੈ। ਸਿਮਰਨ ਦੇ ਨਾਲ ਪਰਮੇਸ਼ਰ ਦੀ ਸਿਫਤ ਸਲਾਹ ਕਰੀਦੀ ਹੈ, ਜੋ ਗੁਰੂ ਨਾਨਕ ਦੀ ਬਾਣੀ ਵਿੱਚ ਅਮਿਤ ਹੈ। ਇਹ ਬਾਣੀ ਪੜ੍ਹੀ ਦੀ ਹੈ, ਇਸ ਦਾ ਕੀਰਤਨ ਕਰੀਦਾ ਤੇ ਸੁਣੀਦਾ ਹੈ। ਇਸ ਤਰ੍ਹਾਂ ਸਿਫਤ ਸਲਾਹ ਕਰਦਿਆਂ ਤੇ ਨਾਮ ਸਿਮਰਦਿਆਂ ਹੋਰ ਵਿੱਥ ਘਟ ਜਾਂਦੀ ਹੈ ਤੇ ਪਰਮੇਸ਼ਰ ਜੀ ਮਾਤਾ ਵਾਂਗੂ ਪਿਆਰੇ ਲੱਗਣ ਲੱਗ ਜਾਂਦੇ ਹਨ। ਇਸ ਤਰ੍ਹਾਂ ਡਰ ਘਟ ਜਾਵੇਗਾ, ਪਿਆਰ ਰਹਿ ਜਾਵੇਗਾ। ਜਿਵੇਂ ਮਾਂ ਨਾਲ ਪਿਆਰ ਹੁੰਦਾ ਹੈ, ਪਰ ਡਰ ਨਾਮ ਮਾਤਰ। ਜਦੋਂ ਇਹ ਪ੍ਰੀਤ ਕਰਦਿਆਂ ਮਨ ਲਿਵ ਵਿੱਚ ਜੁੜਨ ਲੱਗ ਜਾਂਦਾ ਹੈ ਤਾਂ ਭਉ ਉੱਡ ਜਾਂਦਾ ਹੈ ਤੇ ਨਿਰਾ ਪ੍ਰੇਮ ਰਹਿ ਜਾਂਦਾ ਹੈ। ਪ੍ਰੇਮ ਫਿਰ ਲਿਵ ਵਿੱਚ ਆ ਜਾਂਦਾ ਹੈ। ਜਿਵੇਂ ਇਸਤਰੀ ਭਰਤਾ ਦਾ ਅਤਿਅੰਤ ਪ੍ਰੇਮ ਲੀਨਤਾ ਵਿੱਚ ਲੈ ਜਾਂਦਾ ਹੈ। ਹੁਣ ਜੀਵ ਆਪਣਾ ਕੁਛ ਨਹੀਂ ਜਾਣਦਾ, ਸਭ ਕੁਝ ਉਸ ਦਾ ਜਾਣਦਾ ਹੈ। ਲਿਵ ਵਿੱਚ ਲਖਜੂ ਲੈਂਦਾ ਹੈ ਉਸ ਪਿਆਰੇ ਨੂੰ ਅਤੇ ਚੱਖ ਲੈਂਦਾ ਹੈ ਮੇਲ ਦਾ ਸਵਾਦ, ਪਿਰਮ ਰਸ। ਉਸ ਦੀ ਹਜ਼ੂਰੀ ਦੇ ਹੁਲਾਰੇ ਵੱਜਦੇ ਹਨ। ਇਸ ਤਰ੍ਹਾਂ ਪਿਆਰ ਕਰਨ ਵਾਲਾ ਪਹਿਲੇ ਭੈ ਵਿੱਚ ਤੇ ਸੁਤੇ ਵੈਰਾਗ ਵਿੱਚ ਹੁੰਦਾ ਹੈ। ਜਿਉਂ-ਜਿਉਂ ਖਿੱਚ ਵੱਧਦੀ ਹੈ, ਮਾਇਆ ਦਾ ਮੋਹ ਘਟਦਾ ਹੈ ਤੇ ਇੱਕ ਉਦਾਸੀ ਛਾਉਂਦੀ ਹੈ। ਫਿਰ ਜਦ ਹਜ਼ੂਰੀ ਵਾਸਾ ਹੁੰਦਾ ਹੈ ਤਾਂ ਰਸ ਆਉਂਦਾ ਹੈ। ਇਸ ਤੋਂ ਅੱਗੋਂ ਫਿਰ ਕਹਿਣੇ ਸੁਣਨੇ ਦੀ ਬਾਤ ਨਹੀਂ। ਆਤਮਦੇਵ ਇਸ ਨੂੰ ਪਿਆਰ ਕਰਨ ਲੱਗ ਜਾਂਦੇ ਹਨ। ਉਂਝ ਅਨੁਗ੍ਰਹਿ ਤਾਂ ਕਰਤਾਰ ਦੀ ਪਹਿਲੇ ਦਿਨੋਂ ਹੀ ਸ਼ੁਰੂ ਹੋ ਗਈ ਸਮਝਣੀ ਚਾਹੀਏ, ਜਦੋਂ ਕਿ ਉਸ ਦਾ ਆਸਰਾ ਪਰਨਾ ਲੈ ਲਿਆ। ਪਰ ਜਦ ਰਸ ਪੈਂਦਾ ਹੈ ਤੇ ਕਰਤਾਰ ਮਿਹਰਬਾਨ ਹੁੰਦਾ ਤੇ ਪਿਆਰ ਕਰਦਾ ਹੈ ਤਾਂ ਆਪਣਾ ਆਪ ਸਾਈਂ ਦੇ ਪਰਮ ਆਪੇ ਨੂੰ ਜਾ ਪ੍ਰਾਪਤ ਹੁੰਦਾ ਹੈ ਤੇ ਵਿਛੜਦਾ ਨਹੀਂ। ਨਾਨਕ ਆਸਕ ਕਾਂਢੀਐ ਸਦ ਹੀ ਰਹਿ ਸਮਾਏ। ਇਹ ਅਵਸਥਾ ਕਹੀ ਨਹੀਂ ਜਾਂਦੀ, ਮਾਣੀ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।